ਰਵਿੰਦਰ ਸਿੰਘ ਬਾੜ ਜੀ ਦੁਆਰਾ ਅਨੁਵਾਦ ਕੀਤਾ ਹੋਇਆ ਤਹਮੀਨਾ ਦੁਰਾਨੀ ਜੀ ਦਾ ਨਾਵਲ ਕੁਫਰ, ਭਾਗ ਤੀਜਾ। ਅੰਦਰ ਦਾਖਲ ਹੋਣਾ। ਸਿਰ ਤੋਂ ਪੈਰਾਂ ਤੱਕ ਨੰਗੀ ਮੈਨੂੰ ਲੱਗਾ ਜਿਵੇਂ ਗੋਸ਼ਤ ਦਾ ਇੱਕ ਪਹਾੜ ਮੇਰੇ ਉੱਤੇ ਪਿਆ ਹੋਵੇ। ਮੰਨ ਲਵੋ ਕਿ ਇੱਕ ਰੋਸ਼ਨ ਦਿਨ ਵਿੱਚ ਮੁਨਾਫੇ ਤੇ ਸਲਾਮਤੀ ਦੇ ਲਈ ਇੱਕ ਮਛੇਰਾ ਸਮੁੰਦਰ ਵਿੱਚ ਠਿੱਲ ਪਿਆ ਹੋਵੇ ਅਤੇ ਅਚਾਨਕ ਬੱਦਲ ਸੰਘਣੇ ਹੋ ਕੇ ਆਪਸ ਵਿੱਚ ਟਕਰਾ ਗਏ ਹੋਣ। ਸਮੁੰਦਰ ਤੇ ਕਾਲੀ ਬਾਰਿਸ਼ ਹੋਣ ਲੱਗੀ। ਗਰਜ ਅਤੇ ਬਿਜਲੀ ਨੇ ਦੂਰ ਦੂਰ ਤੱਕ ਫੈਲੇ ਪਾਣੀ ਨੂੰ ਵਹਿਸ਼ੀ ਬਣਾ ਦਿੱਤਾ। ਪਾਣੀ ਦਾ ਜਵਾਰ ਅਤੇ ਰੋਹ ਵਧਣ ਲੱਗਾ। ਉੱਪਰ ਬੇਇੰਤਹਾ ਸ਼ੋਰ ਸੀ, ਹੇਠਾਂ ਇਸ ਤੋਂ ਵੀ ਜ਼ਿਆਦਾ। ਹਵਾ ਠੋਸ ਸੀ, ਬਚਣ ਦਾ ਕੋਈ ਵੀ ਰਾਹ ਨਹੀਂ ਸੀ, ਕੋਈ ਵੀ ਨਹੀਂ। ਸਿਰਫ ਜਿਉਂਦੇ ਰਹਿਣ ਦੀ ਚਾਹਤ ਨਾਲ ਮੈਂ ਜਿਉਂਦੀ ਰਹਿ ਸਕੀ, ਸਿਰਫ ਜਿਉਂਦੀ। ਸ਼ਾਦੀ ਦੀ ਰਾਤ ਦੀ ਸ਼ੁਰੂਆਤ ਉਸਨੇ ਭੁੱਖ ਮਿਟਾਉਣ ਦੀ ਵਹਿਸ਼ੀ ਜਲਦਬਾਜ਼ੀ ਨਾਲ ਕੀਤੀ ਸੀ ਅਤੇ ਤਸੱਲੀ ਮਿਲ ਜਾਣ 'ਤੇ ਇਸ ਨੂੰ ਖਤਮ ਕਰ ਦਿੱਤਾ। ਸਵੇਰ ਦੀਆਂ ਟੱਲੀਆਂ ਦੀ ਆਵਾਜ਼ ਕੰਨਾਂ ਨੂੰ ਚੁਭਦੀ ਹੋਈ ਮਹਿਸੂਸ ਹੋਈ ਤੇ ਮੈਂ ਇੱਕ ਡਰੀ ਹੋਈ ਚਿੜੀ ਵਾਂਗ ਬਿਸਤਰੇ 'ਚੋਂ ਤੇਜ਼ੀ ਨਾਲ ਨਿਕਲੀ। ਉਸ ਰਾਤ ਕੀ ਮੈਂ ਸੁੱਤੀ ਸੀ ਜਾਂ ਇਹ ਇੱਕ ਕਿਸਮ ਦੀ ਮੌਤ ਸੀ? ਅਸਾਂ ਕੀ ਇਸ ਦੇ ਲਈ ਹੀ ਖੁਸ਼ੀਆਂ ਮਨਾਈਆਂ ਸਨ ਜੋ ਮੇਰੇ ਆਪਣੇ ਇਸੇ ਲਈ ਨੱਚੇ ਗਾਏ ਸਨ? ਹਰ ਮੁਮਕਿਨ ਤਰੀਕੇ ਨਾਲ ਮੈਨੂੰ ਇਸ ਮੌਕੇ ਲਈ ਕਈ ਦਿਨਾਂ ਤੋਂ ਸਜਾਇਆ ਗਿਆ ਸੀ। ਕਿਸ ਲਈ? ਕਿਸੇ ਜਾਦੂਗਰ ਦੀ ਤਰ੍ਹਾਂ ਉਕਸਾਉਣ ਅਤੇ ਮੇਰੇ ਉੱਤੇ ਇਸ ਕਿਸਮ ਦੇ ਪਾਗਲਪਨ ਦਾ ਕਹਿਰ ਢਾਉਣ ਦੇ ਲਈ, ਇਸ ਜ਼ੁਲਮ ਦੇ ਲਈ। ਇਹ ਸਭ ਹੁਣ ਬੁਰਾ ਲੱਗਣ ਲੱਗਾ। ਤਿਆਰੀਆਂ, ਰਸਮਾਂ ਰਿਵਾਜਾਂ ਤੇ ਕਤਲ। ਮੈਨੂੰ ਧਰਤੀ ਦੇ ਖੁਦਾ ਦੇ ਲਈ ਜਿਵਾ ਕਰ ਦਿੱਤਾ ਗਿਆ ਸੀ। ਮੇਰੀ ਪੂਰੀ ਜ਼ਿੰਦਗੀ ਦੇ ਇਕਰਾਰਨਾਮੇ 'ਤੇ ਦਸਤਖਤ ਕਰ ਦਿੱਤੇ ਗਏ ਸਨ। ਇਸ ਦੀਆਂ ਸ਼ਰਤਾਂ ਸਾਡੇ ਵਿਸ਼ਵਾਸ ਨੇ ਤੈਅ ਕੀਤੀਆਂ ਸਨ। ਇਹਨਾਂ 'ਤੇ ਸਮਾਜੀ ਅਤੇ ਕੁਨਬੇ ਦੇ ਅਸੂਲਾਂ ਨੇ ਮੋਹਰ ਲਾਈ ਸੀ ਤੇ ਇਹ ਪਹਿਲੀ ਰਾਤ ਮੇਰੀ ਨਵੀਂ ਜ਼ਿੰਦਗੀ ਦੀ ਪਹਿਲੀ ਸਵੇਰ ਸੀ। ਦੁਨੀਆ ਦੇ ਹਰ ਕੋਨੇ ਵਿੱਚ ਕੀ ਇਹ ਬਾਰ-ਬਾਰ ਦੁਹਰਾਇਆ ਜਾਂਦਾ ਹੈ? ਕੀ ਇਹ ਮਾਂ ਦੇ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ? ਮੈਂ ਆਪਣੇ ਸਾਹ ਰੋਕ ਕੇ ਰੋ ਰਹੀ ਸੀ ਕਿ ਉਸਨੇ ਪੁੱਛਿਆ, ਕੀ ਤੂੰ ਨਮਾਜ਼ ਪੜ੍ਹਦੀ ਹੈ? ਮੈਂ ਠਠੰਬਰ ਕੇ ਬੈਠ ਗਈ। ਮੈਂ ਉਸ ਨੂੰ ਚੋਟ ਪਹੁੰਚਾ ਰਹੀ ਸੀ ਤੇ ਮੈਂ ਪਥਰਾਈ ਹੋਈ ਸੀ। ਮੈਨੂੰ ਨਹੀਂ ਸੀ ਪਤਾ ਕਿ ਇਹਨਾਂ ਵਿੱਚ ਜ਼ਿਆਦਾ ਬੁਰਾ ਕੀ ਸੀ। ਹਕਲਾਉਂਦੇ ਹੋਏ ਮੈਂ ਕਿਹਾ, ਕਦੀ ਕਦੀ, ਤੇ ਇਹ ਮੰਨਣ 'ਤੇ ਮੈਂ ਸ਼ਰਮਿੰਦਗੀ ਮਹਿਸੂਸ ਕੀਤੀ। ਨਾਗਾ ਕਰਨ ਦੀ ਕੋਈ ਮਾਫੀ ਨਹੀਂ ਹੋ ਸਕਦੀ। ਮੇਰੇ ਕੋਲੋਂ ਜਾਣ ਤੋਂ ਬਾਅਦ ਨਹਾ ਤੇ ਵਾਲ ਧੋ। ਬਿਨਾਂ ਸਫਾਈ ਤੋਂ ਬਾਹਰ ਨਿਕਲਣਾ ਹਰਾਮ ਹੈ। ਜਦ ਤੱਕ ਤੂੰ ਆਪਣੀ ਸਫਾਈ ਨਹੀਂ ਕਰਦੀ, ਤੂੰ ਜੋ ਕੁਝ ਵੀ ਛੋਹੇਂਗੀ ਉਹ ਤੈਨੂੰ ਹੀ ਸਾਫ਼ ਕਰਨਾ ਪਵੇਗਾ, ਉਸਨੇ ਹੁਕਮ ਦਿੱਤਾ। ਗੁਸਲਖਾਨੇ ਵਿੱਚ ਮੈਂ ਲੜਖੜਾ ਰਹੀ ਸੀ। ਫੁਵਾਰੇ ਦੇ ਹੇਠ ਖੜੀ ਮੈਂ ਪਾਣੀ ਵਿੱਚ ਮਿਲੇ ਖੂਨ ਨੂੰ ਘੂਰਨ ਲੱਗੀ ਜੋ ਗੁਲਾਬੀ ਜਿਹਾ ਹੋ ਕੇ ਮੇਰੇ ਪੈਰਾਂ ਵਿੱਚ ਜਮ੍ਹਾਂ ਹੋ ਰਿਹਾ ਸੀ। ਮਾਂ ਨੂੰ ਯਾਦ ਕਰਕੇ ਮੈਂ ਡੁਸਕਣ ਲੱਗੀ। ਮੈਂ ਮਹਿਸੂਸ ਕੀਤਾ ਕਿ ਮੇਰਾ ਜਿਸਮ ਬੁਰੀ ਤਰ੍ਹਾਂ ਨਾਲ ਦੁਖ ਰਿਹਾ ਸੀ ਤੇ ਜੋ ਹੋਇਆ ਸੀ ਉਸ ਦੇ ਲਈ ਮੈਂ ਇਸ ਨੂੰ ਪਰੋਸਣ ਲੱਗੀ। ਮਾਂ, ਮੇਰੀ ਪਿਆਰੀ ਮਾਂ, ਕੀ ਤੂੰ ਜਾਣਦੀ ਹੈ ਕਿ ਤੂੰ ਮੈਨੂੰ ਕਿੱਥੇ ਭੇਜ ਦਿੱਤਾ ਹੈ? ਮੈਂ ਵਿਲਕ ਉੱਠੀ। ਜੋਸ਼ ਵਿੱਚ ਆਪਣੀ ਸਫਾਈ ਕਰਦੇ ਹੋਏ, ਖੁਦ ਨੂੰ ਰਗੜਦੇ ਹੋਏ ਮੈਂ ਆਪਣੇ ਆਪ ਨਾਲ ਬੇਹੱਦ ਨਫ਼ਰਤ ਕਰਨ ਲੱਗੀ ਅਤੇ ਫਿਰ ਉਦਾਸ ਹੋ ਕੇ ਪਿਆਰ ਕਰਨ ਲੱਗੀ। ਜ਼ਰੀਦਾਰ ਖੂਬਸੂਰਤ ਹਰਾ ਲਿਬਾਸ ਜੋ ਮੇਰੇ ਲਈ ਰੱਖਿਆ ਸੀ ਹੁਣ ਮੈਨੂੰ ਬਿਲਕੁਲ ਚੰਗਾ ਨਹੀਂ ਸੀ ਲੱਗ ਰਿਹਾ। ਜਵਾਹਰਾਤ ਪੱਥਰਾਂ ਵਾਂਗ ਲੱਗ ਰਹੇ ਸਨ। ਮੈਂ ਖੁਦ ਨੂੰ ਪੂੰਝਦੀ ਤੇ ਸੁਕਾਉਂਦੀ ਰਹੀ ਅਤੇ ਰੋਂਦੀ ਰਹੀ। ਕੱਪੜੇ ਪਾਏ, ਮੂੰਹ 'ਤੇ ਪਾਊਡਰ ਕਰੀਮ ਥੱਪੀ ਤੇ ਫਿਰ ਵਹੁਟੀ ਬਣ ਕੇ ਬਾਹਰ ਆ ਗਈ। ਉਹ ਕਮਰੇ 'ਚੋਂ ਜਾ ਚੁੱਕਾ ਸੀ। ਉਸ ਦੀ ਭੈਣ ਅੰਦਰ ਆਈ। ਮੇਰੇ ਕੁਆਰੇਪਨ ਦੇ ਸਬੂਤ ਨਾਲ ਲਿਬੜੀ ਸਫੇਦ ਚਾਦਰ ਨੂੰ ਚੁੱਕ ਕੇ ਬਾਹਰ ਚਲੀ ਗਈ। ਹੈਰਾਨ ਮੈਂ ਬੈਠ ਗਈ। ਸਾਹਮਣੇ ਇੱਕ ਗਲਾਸ ਦੁੱਧ, ਤਲਿਆ ਹੋਇਆ ਇੱਕ ਆਂਡਾ, ਚਿਕਨ ਕਰੀ ਤੇ ਇੱਕ ਪਰੌਂਠਾ ਰੱਖਿਆ ਸੀ, ਲੇਕਿਨ ਮੈਂ ਕੁਝ ਵੀ ਖਾ ਨਹੀਂ ਸਕੀ। ਮੈਂ ਹਨੇਰੇ ਅਤੇ ਮੌਤ ਵਰਗੇ ਸਰਦ ਕਮਰੇ ਵਿੱਚ ਚਾਰੇ ਪਾਸੇ ਵੇਖਿਆ ਅਤੇ ਗੌਰ ਕੀਤਾ ਕਿ ਪਲੰਗ ਇੱਕ ਵੱਡੀ ਕਬਰ ਵਾਂਗ ਲੱਗ ਰਿਹਾ ਸੀ। ਸਿਰ ਵਾਲੇ ਪਾਸੇ ਦਾ ਤਖਤਾ ਮਕਬਰੇ ਦੇ ਪੱਥਰ ਦੀ ਤਰ੍ਹਾਂ ਉੱਚਾ ਸੀ, ਜਿਸ 'ਤੇ ਕੀਤੀ ਗਈ ਬਾਰੀਕ ਨਕਾਸ਼ੀ ਮੇਰੇ ਕਬਰ ਦੇ ਪੱਥਰ 'ਤੇ ਲਿਖੀ ਇਬਾਰਤ ਵਰਗੀ ਸੀ। ਜਾਨਵਰਾਂ ਦੀ ਕਢਾਈ ਵਾਲਾ ਗਲੀਚਾ ਕਸਾਈਖਾਨਾ ਲੱਗ ਰਿਹਾ ਸੀ। ਕੰਧ ਵਾਲੇ ਪਾਸੇ ਲਾਲ ਸੋਫਾ ਅਤੇ ਕੁਰਸੀਆਂ ਲੱਗੀਆਂ ਸਨ। ਉਸ ਅੱਗੇ ਪਈ ਮੇਜ਼ 'ਤੇ ਗੁਲਾਬ ਦੇ ਗਜਰਿਆਂ ਦਾ ਢੇਰ ਲੱਗਾ ਹੋਇਆ ਸੀ ਜੋ ਕੱਲ੍ਹ ਦੀਆਂ ਮਰੀਆਂ ਹੋਈਆਂ ਚੀਜ਼ਾਂ ਦੀ ਤਰ੍ਹਾਂ ਗਲ ਸੜ ਰਹੇ ਸਨ। ਮੇਰੀ ਨਨਾਣ ਫਿਰ ਆਈ
ਆਓ ਚਲੀਏ, ਅੰਮਾ ਸਾਈਂ ਤੁਹਾਨੂੰ ਉਡੀਕ ਰਹੇ ਹਨ, ਕਹਿੰਦੇ ਹੋਏ ਮੈਨੂੰ ਉਠਾਇਆ ਅਤੇ ਬੰਡਲ ਦੀ ਤਰ੍ਹਾਂ ਬਾਹਰ ਲੈ ਗਏ। ਤੁਰਨਾ ਇੰਨਾ ਤਕਲੀਫਦੇਹ ਸੀ ਕਿ ਜਦੋਂ ਲੱਤਾਂ ਇੱਕ ਦੂਜੇ ਨਾਲ ਖਹਿੰਦੀਆਂ, ਦਰਦ ਦੀ ਇੱਕ ਨਾਕਾਬਲੇ ਬਰਦਾਸ਼ਤ ਲਹਿਰ ਮੇਰੇ ਸਰੀਰ ਵਿੱਚ ਦੀ ਚੌੜ ਜਾਂਦੀ। ਮੈਂ ਦੂਰ ਤੋਂ ਵੇਖਿਆ, ਅੰਮਾ ਸਾਈਂ ਰੰਗ ਬਰੰਗੇ ਕੱਪੜੇ ਪਹਿਨੀ ਔਰਤਾਂ ਦੇ ਵਿੱਚ ਮੰਜੀ ਤੇ ਬੈਠੀ ਸੀ। ਵਿਹੜੇ ਵਿੱਚ ਮੰਜੀਆਂ ਦਾ ਇੱਕ ਘੇਰਾ ਬਣਿਆ ਹੋਇਆ ਸੀ। ਘੇਰੇ ਵਿੱਚ ਸੈਂਕੜੇ ਔਰਤਾਂ ਫਰਸ਼ ਤੇ ਮਟਮੈਲੇ ਲਿਬੜੇ ਚਿੱਥੜੇ ਪਾਈ ਪੈਰਾਂ ਭਰ ਬੈਠੀਆਂ ਸਨ। ਮੇਰੇ ਆਉਣ ਦਾ ਡਰਾਮਾਈ ਅਸਰ ਹੋਇਆ। ਪਲਕ ਝਪਕਦੇ ਗਰੀਬ ਅਮੀਰ ਸਾਰੀਆਂ ਔਰਤਾਂ ਮੇਰੇ ਪੈਰ ਛੂਹਣ ਨੂੰ ਦੌੜੀਆਂ। ਜਦ ਤੱਕ ਮੈਂ ਆਪਣੀ ਸੱਸ ਤੱਕ ਪਹੁੰਚੀ, ਮੈਨੂੰ ਮੇਰੀ ਆਪਣੀ ਨਵੀਂ ਹੈਸੀਅਤ ਦਾ ਅਹਿਸਾਸ ਹੋ ਚੁੱਕਾ ਸੀ। ਅੰਮਾ ਸਾਈਂ ਨੇ ਮੇਰਾ ਪਿਆਰ ਨਾਲ ਸਵਾਗਤ ਕੀਤਾ ਅਤੇ ਆਪਣੇ ਕੋਲ ਬਿਠਾਇਆ। ਬੈਠੇ ਰਹਿਣਾ ਬੇਹੱਦ ਮੁਸ਼ਕਲ ਸੀ। ਢੋਲਕੀ ਦੀ ਥਾਪ ਤੇ ਮਰਾਸਣਾ ਸੰਗ ਪਾੜ ਪਾੜ ਕੇ ਸ਼ਾਦੀ ਦੇ ਗੀਤ ਗਾਉਂਦੀਆਂ ਰਹੀਆਂ। ਮੰਜੀ ਤੇ ਬੈਠੀਆਂ ਔਰਤਾਂ ਉਹਨਾਂ ਤੋਂ ਪੈਸੇ ਸੁੱਟਦੀਆਂ ਰਹੀਆਂ। ਮੈਂ ਚੁੱਪਚਾਪ ਆਪਣਾ ਦਰਦ ਝੱਲਦੀ ਰਹੀ। ਅੰਮਾ ਸਾਈਂ ਦੀ ਮੌਜੂਦਗੀ ਹਕੂਮਤ ਦਾ ਅਹਿਸਾਸ ਕਰਾਉਂਦੀ। ਉਹਨਾਂ ਦੀ ਆਵਾਜ਼ ਵੀ ਉਨੀ ਹੀ ਹਾਕਮਾਨਾ ਸੀ ਜਿੰਨਾ ਉਹਨਾਂ ਦਾ ਉੱਚਾ ਕੱਦ ਅਤੇ ਚੌੜੇ ਮੋਢੇ। ਉਹਨਾਂ ਦੀ ਗੋਰੀ ਜਿਲਦ ਦਮਕਦੀ ਸੀ ਅਤੇ ਉਹਨਾਂ ਦੇ ਸਫੇਦ ਵਾਲ ਸ਼ਿਫੋਨ ਦੇ ਪਰਦੇ ਦੇ ਪਿੱਛੇ ਜਗਮਗਾਉਂਦੇ ਰਹਿੰਦੇ। ਉਹਨਾਂ ਨੇ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਤੇ ਬਾਰੀ-ਬਾਰੀ ਸਭ ਔਰਤਾਂ ਮੇਰੀ ਮੂੰਹ ਵਿਖਾਈ ਲਈ ਆਉਣ ਲੱਗੀਆਂ। ਮੇਰੀ ਧੌਣ ਨੂੰ ਕਰਾਰੇ ਨੋਟਾਂ ਦੇ ਹਾਰਾਂ ਨੇ ਘੇਰ ਲਿਆ ਅਤੇ ਮੈਨੂੰ 7 ਪੁੱਤਰਾਂ ਦੀ ਅਸੀਸ ਦਿੱਤੀ। ਜਦੋਂ ਮੇਰਾ ਸਿਰ ਜ਼ਿਆਦਾ ਝੁਕ ਗਿਆ, ਮੇਰੇ ਸ਼ੌਹਰ ਦੀਆਂ ਭੈਣਾਂ ਉਸ ਨੂੰ ਫਿਰ ਉੱਪਰ ਚੁੱਕ ਦਿੰਦੀਆਂ। ਮੇਰੀ ਨਜ਼ਰ ਦਰਵਾਜ਼ੇ ਤੇ ਖੜੀ ਇੱਕ ਚੀਲ ਵਰਗੀ ਔਰਤ ਤੇ ਪਈ। ਉਹ ਹਰ ਕਿਸੇ ਨੂੰ ਗੌਰ ਨਾਲ ਵੇਖ ਰਹੀ ਸੀ, ਜਿਵੇਂ ਕਿ ਉਸ ਦੀ ਇਹੋ ਡਿਊਟੀ ਹੋਵੇ ਤੇ ਜਿਵੇਂ ਹਰ ਕੋਈ ਕੁਝ ਜੁਰਮ ਕਰ ਰਿਹਾ ਹੋਵੇ। ਇੱਕ ਮਹਿਮਾਨ ਨੇ ਜਦ ਮੇਰੇ ਦਾਜ ਦੇ ਬਾਰੇ ਪੁੱਛਿਆ ਤਾਂ ਅੰਮਾ ਸਾਈਂ ਨੇ ਉਸ ਨੂੰ ਸਖਤੀ ਨਾਲ ਚੁੱਪ ਕਰਵਾ ਦਿੱਤਾ। ਮੇਰਾ ਧਿਆਨ ਉਸ ਅਜੀਬੋ-ਗਰੀਬ ਚੀਜ਼ ਤੋਂ ਹਟ ਗਿਆ। ਆਖਰਕਾਰ ਫਰਸ਼ ਤੇ ਬੈਠੀਆਂ ਔਰਤਾਂ ਨੂੰ ਉੱਠਣ ਦੀ ਆਗਿਆ ਮਿਲੀ। ਕਈ ਘੰਟਿਆਂ ਬਾਅਦ ਪੀਰ ਸਾਈਂ ਖਾਣੇ ਲਈ ਆਇਆ। ਸਭ ਚਲੇ ਗਏ ਸਿਵਾਏ ਚੀਲ ਵਰਗੀ ਔਰਤ ਦੇ। ਅੰਮਾ ਸਾਈਂ ਨੇ ਇਸ਼ਾਰਾ ਕੀਤਾ ਅਤੇ ਲੰਬੀ ਜਿਹੀ ਮੇਜ਼ ਰੱਖ ਦਿੱਤੀ ਗਈ। ਮਿੰਟਾਂ ਵਿੱਚ ਹੀ ਉਹ ਖਾਣੇ ਨਾਲ ਭਰ ਗਈ। ਮੇਰਾ ਸ਼ੌਹਰ ਮੇਰੀ ਬਗਲ ਵਿੱਚ ਬੈਠਾ। ਦੁਆ ਮੰਗਣ ਲਈ ਉਸਨੇ ਆਪਣੇ ਹੱਥ ਉੱਪਰ ਚੁੱਕੇ, ਜਦ ਕਿ ਮੈਂ ਰੋਟੀ ਦੀ ਇੱਕ ਛੋਟੀ ਜਿਹੀ ਬੁਰਕੀ ਤੋੜੀ ਤੇ ਉਸ ਨੂੰ ਤਰੀ ਵਿੱਚ ਡੁਬੋਇਆ। ਉਸਨੇ ਮੈਨੂੰ ਇਸ ਤਰ੍ਹਾਂ ਘੂਰਿਆ ਕਿ ਡਰ ਦੇ ਮਾਰੇ ਮੇਰਾ ਸਿਰ ਪਲੇਟ ਤੇ ਝੁਕਦਾ ਜਾ ਰਿਹਾ ਸੀ। ਉਹ ਮੈਨੂੰ ਘੂਰ ਕਿਉਂ ਰਿਹਾ ਸੀ? ਖਾਣੇ ਤੋਂ ਪਹਿਲਾਂ ਆਪਣੇ ਹੱਥ ਧੋਵੇ, ਉਸਨੇ ਹੁਕਮ ਦਿੱਤਾ ਤੇ ਮੈਂ ਫੁੱਲੇ ਹੋਏ ਸਾਹ ਨਾਲ ਕੰਧ ਨਾਲ ਲੱਗੀ ਟੂਟੀ ਤੱਕ ਭੱਜੀ ਗਈ। ਜਦ ਖਾਣਾ ਖਾਣ ਦਾ ਸਖਤ ਇਮਤਿਹਾਨ ਖਤਮ ਹੋਇਆ, ਉਸਨੇ ਕਿਹਾ, ਅੰਦਰ ਆਓ, ਅਤੇ ਸਵੇਰ ਦੀ ਰਾਹਤ ਦੀ ਥਾਂ ਡਰ ਨੇ ਲੈ ਲਈ। ਸਿਰ ਝੁਕਾਈ ਮੈਂ ਉਸ ਦੇ ਪਿੱਛੇ ਤੁਰਨ ਲੱਗੀ। ਲੇਕਿਨ ਮੈਂ ਅੰਮਾ ਸਾਈਂ ਦੇ ਕੋਲ ਜਾਣਾ ਚਾਹੁੰਦੀ ਸੀ। ਮੈਂ ਮਾਂ ਦੇ ਕੋਲ ਘਰ ਜਾਣਾ ਚਾਹੁੰਦੀ ਸਾਂ। ਮੈਂ ਮਰ ਜਾਣਾ ਚਾਹੁੰਦੀ ਸਾਂ। ਮੈਂ ਕਿਤੇ ਹੋਰ ਜਾਣਾ ਚਾਹੁੰਦੀ ਸਾਂ, ਪਰ ਉਸ ਦੇ ਪਿੱਛੇ ਜਾ ਰਹੀ ਸਾਂ। ਮੈਂ ਦੁਬਾਰਾ ਰਾਤ ਦੇ ਭੈੜੇ ਸੁਪਨੇ ਦੀ ਜਕੜ ਵਿੱਚ ਸਾਂ। ਮੈਂ ਫਰਕ ਨਹੀਂ ਸੀ ਕਰ ਸਕੀ ਕਿ ਮੇਰੇ ਜਿਸਮ ਦਾ ਕਿਹੜਾ ਹਿੱਸਾ ਕਿੱਥੇ ਹੈ। ਉਸ ਦੇ ਹੇਠ ਮੈਂ ਕੰਬ ਰਹੀ ਸੀ। ਸੋਚ ਰਹੀ ਸੀ ਕਿ ਜਦ ਸਾਰੀਆਂ ਔਰਤਾਂ ਨੂੰ ਇਹੋ ਝੁਲਣਾ ਪੈਂਦਾ ਹੈ, ਫਿਰ ਵੀ ਉਹ ਆਪਣੀ ਧੀਆਂ ਦੀ ਸ਼ਾਦੀ ਕਿਉਂ ਕਰਦੀਆਂ ਹਨ। ਇਸ ਵਿਸ਼ੇ 'ਤੇ ਕਿਸੇ ਨੇ ਮੇਰੇ ਨਾਲ ਗੱਲ ਨਹੀਂ ਸੀ ਕੀਤੀ, ਲੇਕਿਨ ਕੋਈ ਇੰਨੀ ਖੌਫਜ਼ਦਾ ਵੀ ਨਹੀਂ ਲੱਗਦੀ ਸੀ। ਇਸ ਪਾਗਲਪਨ ਵਿੱਚੋਂ ਉਹ ਕਿਵੇਂ ਨਿਕਲ ਸਕੀਆਂ ਹੋਣਗੀਆਂ? ਇਹ ਖੌਫ ਮੈਂ ਆਪਣੀ ਮਾਂ ਦੇ ਚਿਹਰੇ 'ਤੇ ਕਿਉਂ ਨਹੀਂ ਵੇਖਿਆ? ਉਸ ਨੇ ਮੈਨੂੰ ਢਿੱਡ ਭਾਰ ਰਟਾ ਲਿਆ। ਹਜ਼ਾਰਾਂ ਚੀਕਾਂ ਨੂੰ ਨਿਕਲਣ ਤੋਂ ਰੋਕਣ ਲਈ ਮੈਂ ਵਿਛੀ ਹੋਈ ਚਾਦਰ ਨੂੰ ਆਪਣੇ ਮੂੰਹ ਵਿੱਚ ਦੇ ਲਿਆ। ਦਰਦ ਮੇਰੇ ਅੰਦਰ ਤੱਕ ਲੈ ਗਿਆ। ਹਰ ਰੋਜ਼ ਇਹੋ ਕੁਝ ਹੁੰਦਾ ਰਿਹਾ ਤੇ ਪੂਰਾ ਹਫ਼ਤਾ ਬੀਤ ਗਿਆ। ਮੈਂ ਮਹਿਸੂਸ ਕੀਤਾ ਕਿ ਪਿਆਰ ਦਾ ਮੇਰਾ ਤਸੱਵਰ ਕਿੰਨਾ ਗਲਤ ਸੀ। ਇਹ ਕਿੰਨਾ ਅੱਡ ਸੀ। ਮੈਂ ਸੋਚਿਆ ਸੀ ਆਸ਼ਿਕ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ, ਹੱਸਦੇ ਹਨ ਤੇ ਨਾਲ ਨੱਚਦੇ ਗਾਉਂਦੇ ਹਨ, ਜਿਵੇਂ ਕਿ ਫਿਲਮਾਂ ਵਿੱਚ ਮੈਂ ਵੇਖਿਆ ਸੀ। ਮੈਂ ਜੋ ਕੁਝ ਸਕੂਲ ਵਿੱਚ ਪੜ੍ਹਿਆ ਤੇ ਸਿੱਖਿਆ ਸੀ, ਉਹ ਸਭ ਗਲਤ ਸੀ। ਸ਼ਾਇਰੀ, ਜਜ਼ਬਾਤ ਅਤੇ ਮੁਹੱਬਤਨਾਮੇ ਸਭ ਦੇ ਸਭ ਨਕਲੀ ਸਨ, ਝੂਠੇ। ਮੈਂ ਉਹਨਾਂ ਨੂੰ ਜੀ ਭਰ ਕੇ ਕੋਸਿਆ। ਉਹ ਬੱਚਿਆਂ ਨੂੰ ਪਰਜਾਉਂਦੇ ਹਨ। ਜੋ ਹੋਣਾ ਚਾਹੀਦਾ ਹੈ ਅਤੇ ਜੋ ਅਸਲੀਅਤ ਵਿੱਚ ਸੀ, ਉਸ ਦਾ ਵਿਚਲਾ ਫਰਕ ਬਹੁਤ ਸਾਫ਼ ਸੀ। ਮੈਂ ਕਿੱਥੇ ਭੱਜ ਜਾਵਾਂ? ਮਾਂ ਨੂੰ ਰੋਣ ਵਾਸਤੇ ਮੈਂ ਅੰਦਰ ਭੱਜ ਗਈ। ਜਦ ਮੇਰੀ ਆਟਾ ਚੱਕੀ ਵਾਲੀ ਭੂਆ ਦੀ ਕੁੜੀ ਆਪਣੇ 4 ਸਾਲ ਦੇ ਬੇਟੇ ਨਾਲ ਮੈਨੂੰ ਮਿਲਣ ਆਈ, ਮੈਂ ਇੰਨੀ ਖੁਸ਼ ਸਾਂ ਕਿ ਚੀਲ ਵਰਗੀ ਔਰਤ ਦੀ ਨਾਮੁਰਾਦ ਮੌਜੂਦਗੀ ਦੇ ਬਾਵਜੂਦ ਮੇਰਾ ਚਿਹਰਾ ਖਿੜ ਗਿਆ। ਸੀਨੇ ਦੇ ਉੱਪਰ ਆਪਣੀਆਂ ਮੁੜੀਆਂ ਹੋਈਆਂ ਬਾਹਾਂ, ਆਪਣੀ ਝੁਕੀ ਹੋਈ ਕਮਰ
ਤੇ ਅੱਗੇ ਨੂੰ ਨਿਕਲੇ ਹੋਏ ਸਿਰ ਕਾਰਨ ਉਹ ਮੈਨੂੰ ਇੱਕ ਬਹੁਤ ਵੱਡੀ ਚੀੜ ਵਾਂਗ ਲੱਗਦੀ, ਮੇਰੇ ਤੇ ਝਪਟਣ ਲਈ ਤਿਆਰ। ਮੈਨੂੰ ਅਹਿਸਾਸ ਹੋਣ ਲੱਗਾ ਕਿ ਉਹ ਹਰ ਥਾਂ ਮੌਜੂਦ ਹੈ ਜਿੱਥੇ ਮੈਂ ਮੁੜਦੀ ਹਾਂ। ਲੇਕਿਨ ਜਦ ਮੇਰੀ ਭੂਆ ਦੀ ਲੜਕੀ ਨੇ ਕਿਹਾ, ਤੂੰ ਬਹੁਤੀ ਖੁਸ਼ ਨਜ਼ਰ ਨਹੀਂ ਆਉਂਦੀ, ਮੇਰੀ ਮੁਸਕਰਾਹਟ ਗਾਇਬ ਹੋ ਗਈ। ਮਾਂ ਦੀ ਖਾਤਰ ਮੈਂ ਆਪਣੇ ਆਪ ਨੂੰ ਬੜੀ ਫੁਰਤੀ ਨਾਲ ਸੰਭਾਲ ਲਿਆ। ਉੱਪਰੋਂ ਮੈਂ ਹੱਸ ਪਈ ਅਤੇ ਮੇਰੇ ਲਈ ਜੋ ਤੋਹਫੇ ਉਸਨੇ ਖੋਲ੍ਹੇ ਉਹਨਾਂ 'ਤੇ ਮੈਂ ਹੈਰਾਨੀ ਦਾ ਪ੍ਰਗਟਾਵਾ ਕੀਤਾ। ਰੇਸ਼ਮੀ ਸੂਟ, ਕੱਚ ਦੀਆਂ ਚੂੜੀਆਂ ਅਤੇ ਐਸਟਰੇ ਲਈ ਮੈਂ ਉਸ ਦਾ ਜ਼ੋਰ ਸ਼ੋਰ ਨਾਲ ਸ਼ੁਕਰੀਆ ਅਦਾ ਕੀਤਾ। ਉਸ ਨੂੰ ਗਲ ਲਾਇਆ ਅਤੇ ਚੁੱਕਿਆ। ਨਲਕੇ ਹੇਠ ਆਪਣੀ ਬੀੜੀ ਨੂੰ ਸਾਬਣ ਲਾ ਕੇ ਮੈਂ ਨਵੀਆਂ ਚੂੜੀਆਂ ਚੜ੍ਹਾ ਰਹੀ ਸੀ, ਤਦ ਹੀ ਪੀਰ ਸਾਈਂ ਅੰਦਰ ਆਇਆ। ਮੇਰੀ ਭੂਆ ਦੀ ਕੁੜੀ ਅਤੇ ਉਸਦੇ ਬੇਟੇ ਨੇ ਉਸਦੇ ਪੈਰ ਛੂਹੇ। ਉਹ 2 ਘੜੀ ਬੇਚੈਨੀ ਨਾਲ ਖੜਾ ਰਿਹਾ ਤੇ ਫਿਰ ਤੇਜ਼ੀ ਨਾਲ ਚਲੇ ਗਿਆ। ਮੈਂ ਦੁਖੀ ਮਨ ਨਾਲ ਅਜੇ ਦਰਵਾਜ਼ੇ ਵੱਲ ਵੇਖ ਹੀ ਰਹੀ ਸੀ ਕਿ ਜਿਸ ਦੇ ਪਿੱਛੇ ਉਹ ਗਾਇਬ ਹੋ ਗਏ ਕਿ ਪੀਰ ਸਾਈਂ ਨੇ ਮੈਨੂੰ ਪਿੱਛੇ ਧੱਕਾ ਦਿੱਤਾ ਅਤੇ ਮੇਜ਼ 'ਤੇ ਹੱਥ ਰੱਖਣ ਲਈ ਕਿਹਾ। ਇੱਕ ਪਲ ਵਿੱਚ ਹੀ ਮੇਰੇ ਹੱਥ ਮੇਜ਼ 'ਤੇ ਸਨ। ਅਗਲੇ ਹੀ ਪਲ ਉਸਦਾ ਹੱਥ ਉੱਪਰ ਹਵਾ ਵਿੱਚ ਉੱਠਿਆ ਤੇ ਮੇਰੇ ਹੱਥਾਂ ਉੱਤੇ ਕੁਹਾੜੀ ਦੀ ਤਰ੍ਹਾਂ ਪਿਆ। ਚੂੜੀਆਂ ਟੁੱਟੀਆਂ ਅਤੇ ਖਿਲਰ ਗਈਆਂ। ਕੱਚ ਦੇ ਤੇਜ਼ ਟੁਕੜਿਆਂ ਨੇ ਮੇਰੀਆਂ ਬੀਣੀਆਂ ਕੱਟ ਦਿੱਤੀਆਂ। ਮੈਂ ਸ਼ੇਰ ਦੀ ਦਹਾੜ ਸੁਣੀ ਤੇ ਆਪਣੇ ਗਰੀਬ ਕੁਨਬੇ ਅਤੇ ਮਾਮੂਲੀ ਤੋਹਫਿਆਂ ਦੇ ਬਾਰੇ ਵੀ ਚੰਦ ਲਫ਼ਜ਼ ਮੇਰੇ ਕੰਨਾਂ ਵਿੱਚ ਪਏ। ਮੇਰਾ ਸਿਰ ਘੁੰਮ ਗਿਆ ਸੀ, ਸੱਟਾਂ ਵਿੱਚ ਲਹੂ ਸਿਮਣ ਲੱਗਾ। ਮੇਰੀ ਪਹਿਲੀ ਕੁਟਾਈ ਸਭ ਦੀਆਂ ਨਜ਼ਰਾਂ ਦੇ ਸਾਹਮਣੇ ਹੋਈ ਤੇ ਅੰਦਰ ਪਹੁੰਚ ਕੇ ਖਤਮ ਹੋਈ। ਉਸ ਇੱਕ ਮਰਦ ਦੇ ਸਾਹਮਣੇ ਪਰਦਾ ਨਾ ਕਰਕੇ ਜਿਸ ਨਾਲ ਮੈਂ ਸ਼ਾਦੀ ਕਰ ਸਕਦੀ ਸਾਂ, ਮੈਂ ਅੱਲਾ ਦੀ ਨਜ਼ਰ ਵਿੱਚ ਗੁਨਾਹ ਕੀਤਾ ਸੀ। ਪਰ ਉਹ ਮਰਦ ਤਾਂ ਸਿਰਫ 6 ਸਾਲਾਂ ਦਾ ਸੀ। ਮਾਂ ਨੇ ਐਸਟਰੇ ਮੇਰੇ ਤੱਕ ਕਿਉਂ ਪਹੁੰਚਣ ਦਿੱਤੀ? ਰੋਕਿਆ ਕਿਉਂ ਨਹੀਂ? ਉਸ ਕਿਸਮ ਦੇ ਤੋਹਫੇ ਦੇ ਨਤੀਜਿਆਂ ਦੇ ਬਾਰੇ ਉਸ ਨੂੰ ਤਾਂ ਜ਼ਰਾ ਹੀ ਪਤਾ ਹੋਵੇਗਾ। ਫੁਹਾਰੇ ਦੇ ਹੇਠਾਂ ਰੋਂਦੇ ਹੋਏ ਮੈਨੂੰ ਮਾਂ ਦੇ ਉਸ ਖੌਫ ਦੀ ਯਾਦ ਆਈ ਜੋ ਉਹਨਾਂ ਨੂੰ ਅੱਬਾ ਦੇ ਗੁੱਸੇ ਹੋਣ 'ਤੇ ਹੁੰਦਾ ਸੀ। ਘਰ ਵਿੱਚ ਝਾੜੂ ਲਾਉਣ ਵਾਲੀ ਔਰਤ ਨੇ ਅਕਸਰ ਹੀ ਕੁੱਟ ਪੈਣ ਦੀ ਸ਼ਿਕਾਇਤ ਕਰਦੀ ਸੀ ਅਤੇ ਮਾਂ ਅੱਬਾ ਨੂੰ ਉਸਦੇ ਘਰ ਵਾਲੇ ਦੇ ਕੰਨ ਖਿੱਚਣ ਨੂੰ ਕਹਿੰਦੀ। ਇਸ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਕਿ ਇਸ ਦਾ ਗੁਨਾਹਗਾਰ ਉਹ ਵੀ ਸੀ। ਆਪਣੀ ਮੀਆਂ ਦੀ ਤਰਫਦਾਰੀ ਮਾਂ ਸੈਂਕੜੇ ਬਹਾਨੇ ਬਣਾ ਕੇ ਕਰਦੀ। ਨੌਕਰੀ ਦੀਆਂ ਪਰੇਸ਼ਾਨੀਆਂ, ਮਾਲੀ ਫਿਕਰ, ਸਮਾਜੀ ਦਬਾਅ ਅਤੇ ਗਲਤਫਹਿਮੀਆਂ ਕਰਕੇ ਉਹਨਾਂ ਨੂੰ ਗੁੱਸਾ ਆ ਜਾਂਦਾ ਹੈ, ਲੇਕਿਨ ਉਹਦੇ ਗੁੱਸੇ ਦੇ ਖਿਲਾਫ ਉਹ ਅੱਲਾ ਦੇ ਸਾਹਮਣੇ ਸ਼ਿਕਾਇਤ ਜ਼ਰੂਰ ਕਰਦੀ। ਪਰ ਇਸ ਲਈ ਕੋਈ ਅੱਬਾ ਨੂੰ ਨਫ਼ਰਤ ਨਹੀਂ ਕਰਦਾ। ਸਾਨੂੰ ਲੱਗਦਾ ਸੀ ਕਿ ਉਹ ਕੇਵਲ ਉਹਨਾਂ ਖਾਸ ਅਧਿਕਾਰਾਂ ਦਾ ਇਸਤੇਮਾਲ ਕਰਦੇ ਸਨ ਜੋ ਉਹਨਾਂ ਨੂੰ ਅੱਲਾਹ ਤਾਲਾ ਨੇ ਮਰਦ ਹੋਣ ਦੇ ਨਾਤੇ ਦਿੱਤੇ ਸਨ। ਉਹ ਅਕਸਰ ਕਹਿੰਦੇ, ਤੁਹਾਡੀ ਇੱਜ਼ਤ ਨੂੰ ਬਚਾਉਣ ਦੇ ਲਈ ਤੁਸੀਂ ਆਪਣੇ ਹੱਕਾਂ ਦੀ ਵਰਤੋਂ ਕਰਨ ਦੇ ਹੱਕਦਾਰ ਹੋ। ਲੇਕਿਨ ਮੇਰੇ ਮਾਂ-ਬਾਪ ਆਪਸ ਵਿੱਚ ਹੱਸਦੇ ਬੋਲਦੇ ਵੀ ਸਨ, ਮਜ਼ਾਕ ਵੀ ਕਰਦੇ ਸਨ। ਮੇਰੇ ਨਾਲ ਇਸ ਤਰ੍ਹਾਂ ਕਿਉਂ ਨਹੀਂ ਹੋ ਰਿਹਾ? ਚੂੜੀਆਂ ਨੇ ਮੇਰੀਆਂ ਬੀਣੀਆਂ 'ਤੇ ਨਿਸ਼ਾਨ ਛੱਡ ਦਿੱਤੇ ਸਨ। ਇਸ ਤੋਂ ਵੀ ਕਿਤੇ ਜ਼ਿਆਦਾ ਪੀਰ ਸਾਈਂ ਦਾ ਡਰ ਕਿਤੇ ਬਹੁਤ ਡੂੰਘਾ ਉਤਰ ਗਿਆ ਸੀ। ਮੈਂ ਦੁਬਾਰਾ ਕਦੇ ਉਸਦੇ ਚਿਹਰੇ ਵੱਲ ਨਹੀਂ ਵੇਖਿਆ, ਕਦੀ ਵੀ ਨਹੀਂ। ਜਦ ਉਹ ਮੇਰੇ ਵੱਲ ਵੇਖ ਰਿਹਾ ਹੁੰਦਾ, ਮੈਂ ਬਸ ਇੰਨਾ ਜਾਣਦੀ ਸੀ ਕਿ ਮੋਢਿਆਂ ਦੀ ਤਰ੍ਹਾਂ ਉਸਦੇ ਹੱਥ ਵੀ ਵੱਡੇ ਤੇ ਚਕੋਰ ਸਨ, ਲੇਕਿਨ ਉਸਦੀਆਂ ਉਂਗਲਾਂ ਚਪਟੀਆਂ ਸਨ। ਸਿਵਾਏ ਅੰਗੂਠਿਆਂ ਦੇ ਉਸਦੀਆਂ ਸਾਰੀਆਂ ਉਂਗਲੀਆਂ ਵਿੱਚ ਪੱਥਰਾਂ ਨਾਲ ਜੜੀਆਂ ਮੁੰਦਰੀਆਂ ਸਨ, ਜਿਨ੍ਹਾਂ 'ਤੇ ਪਵਿੱਤਰ ਆਇਤਾਂ ਉੱਕਰੀਆਂ ਸਨ। ਆਪਣੀ ਇੱਕ ਬਾਂਹ 'ਚ ਉਹ ਤਾਂਬੇ ਦਾ ਇੱਕ ਵੱਡਾ ਕੜਾ ਪਾਈ ਫਿਰਦਾ ਸੀ, ਜਿਸ 'ਤੇ ਇੱਕ ਆਇਤ ਉੱਕਰੀ ਹੋਈ ਸੀ ਅਤੇ ਦੂਸਰੀ 'ਤੇ ਇੱਕ ਘੜੀ। ਇੱਕ ਹੱਥ ਵਿੱਚ ਉਹ ਇੱਕ ਸਫੇਦ ਸੂਤੀ ਰੁਮਾਲ ਰੱਖਦਾ, ਜਿਸ ਨੂੰ ਸ਼ਾਮ ਨੂੰ ਹੋਰ ਦੂਸਰੀ ਚੀਜ਼ਾਂ ਦੇ ਨਾਲ ਬਦਲਦਾ ਸੀ, ਅਤੇ ਦੂਸਰੇ ਵਿੱਚ ਪਵਿੱਤਰ ਮਿੱਟੀ ਨਾਲ ਬਣੇ ਹੋਏ ਮਣਕਿਆਂ ਦੀ ਮਾਲਾ ਲਮਕਦੀ ਰਹਿੰਦੀ। ਕਿਹਾ ਜਾਂਦਾ ਸੀ ਕਿ ਮਾਤਮ ਦੇ ਦਿਨਾਂ ਵਿੱਚ ਮਣਕਿਆਂ ਵਿੱਚੋਂ ਖੂਨ ਰਿਸਿਆ ਸੀ। ਉਹ ਉਹਨਾਂ ਨੂੰ ਲਗਾਤਾਰ ਫੇਰਦਾ ਰਹਿੰਦਾ। ਜਦੋਂ ਗੁੱਸੇ ਵਿੱਚ ਹੁੰਦਾ ਤਾਂ ਮਾਲਾ ਦੀ ਰਫ਼ਤਾਰ ਵੱਧ ਜਾਂਦੀ। ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਦਾ ਅਤੇ ਧਮਕੀਆਂ ਦਿੰਦਾ। ਮਾਲਾ ਨੂੰ ਉਹ ਸਿਰਫ ਰਾਤ ਨੂੰ ਸੌਂਦੇ ਸਮੇਂ ਜਾਂ ਖਾਣਾ ਖਾਣ ਵੇਲੇ ਹੀ ਛੱਡਦਾ ਸੀ, ਜਾਂ ਫਿਰ ਜਦ ਕਿਸੇ ਨੂੰ ਕੁੱਟ ਰਿਹਾ ਹੁੰਦਾ। ਕਲਫ ਲੱਗੀ ਹੋਈ ਸਫੇਦ ਸਲਵਾਰ ਕਮੀਜ਼ ਪਾਈ ਉਹ ਆਪਣੇ ਮੋਢਿਆਂ ਉੱਪਰ ਹਰੇ ਰੰਗ ਦੀ ਚਾਦਰ ਲਈ ਰੱਖਦਾ, ਜਿਸ 'ਤੇ ਅੱਲਾ ਦੇ 99 ਨਾਂ ਕੱਢੇ ਹੋਏ ਸਨ। ਸਰਦੀਆਂ ਵਿੱਚ ਉਹ ਇਸ ਦੇ ਹੇਠਾਂ ਇੱਕ ਗਰਮ ਸ਼ਾਲ ਲੈਂਦਾ। ਚਾਂਦੀ ਨਾਲ ਜੜੇ ਅਤੇ ਕਾਲੇ ਧਾਗੇ ਨਾਲ ਬੰਨੇ ਉਸਦੇ ਪੁਰਖਿਆਂ ਦੇ ਜ਼ਮਾਨਿਆਂ ਦੇ ਤਬੀਤ ਉਸਦੀ ਬਾਂਹ 'ਤੇ ਬੰਨੇ ਅਤੇ ਗਲ ਵਿੱਚ ਲਮਕਦੇ ਰਹਿੰਦੇ ਸਨ। ਸਫੇਦ ਜਰਾਬਾਂ ਦੇ ਉੱਪਰ ਉਸਦੇ ਤੰਗ ਜਿਹੇ ਲੱਗਣ ਵਾਲੀਆਂ ਚਮੜੇ ਦੀਆਂ ਜੁੱਤੀਆਂ ਦੀਆਂ ਨੋਕਾਂ ਉੱਪਰ ਨੂੰ ਮੁੜੀਆਂ ਹੁੰਦੀਆਂ ਸਨ। ਜੋ ਇਤਰ ਉਹ ਲਾਉਂਦਾ ਉਹ ਖਾਸ ਤੌਰ 'ਤੇ ਉਸਦੇ ਲਈ ਤਿਆਰ ਕੀਤਾ ਗਿਆ ਸੀ। ਉਹ ਇਸ ਨੂੰ ਕਦੇ ਨਹੀਂ ਬਦਲਦਾ। ਉਸ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਇਤਰ ਉਸਦੀ ਆਮਦ ਦਾ ਐਲਾਨ ਕਰ ਦਿੰਦਾ ਸੀ
ਅਤੇ ਉਸਦੇ ਵਾਪਸ ਜਾਣ ਤੋਂ ਬਹੁਤ ਦੇਰ ਬਾਅਦ ਤੱਕ ਮਾਹੌਲ ਵਿੱਚ ਬਣਿਆ ਰਹਿੰਦਾ। ਹਰ ਚੀਜ਼ ਵਿੱਚੋਂ ਉਸਦੀ ਖੁਸ਼ਬੂ ਆਉਂਦੀ ਅਤੇ ਜਿਵੇਂ ਹੀ ਵੱਡੀ ਸਾਰੀ ਕਾਲੀ ਪੱਗ ਉਹ ਆਪਣੇ ਸਿਰ 'ਤੇ ਰੱਖਦਾ, ਉਸਦੀ ਕੋਈ ਡਰਾਉਣੀ ਸ਼ਖਸੀਅਤ ਪ੍ਰਗਟ ਹੋ ਜਾਂਦੀ। ਉਹ ਬਾਦਸ਼ਾਹ ਵਾਂਗ ਰੋਜ਼ ਤਾਜਪੋਸ਼ੀ ਕਰਦਾ ਸੀ। ਉਸਦਾ ਸਿਰ ਇੰਨਾ ਤਣਿਆ ਹੋਇਆ ਸੀ ਕਿ ਉਹ ਆਪਣੀ ਉਚਾਈ ਨਾਲੋਂ ਵੀ ਜ਼ਿਆਦਾ ਉੱਚਾ ਲੱਗਦਾ, ਜਿਵੇਂ ਕਿ ਦੂਜਿਆਂ ਨਾਲੋਂ ਖੁਦਾ ਦੇ ਜ਼ਿਆਦਾ ਨੇੜੇ ਸੀ। ਉਹ ਇੰਨੀ ਹੌਲੀ ਤੁਰਦਾ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਕਦੀ ਭੱਜਦਾ ਵੀ ਹੋਵੇਗਾ। ਜਿਸ ਕਮਰੇ ਵਿੱਚ ਅਸੀਂ ਰਹਿੰਦੇ, ਉਸ ਨੂੰ ਉਸਦੀ ਪੁਰਾਣੀ ਦਾਈ ਸਾਫ਼ ਕਰਦੀ ਸੀ। ਉਸ ਵਿੱਚ ਉਸਦੀ ਆਗਿਆ ਤੋਂ ਬਿਨਾਂ ਕੋਈ ਨਹੀਂ ਸੀ ਆ ਸਕਦਾ। ਪਰਦੇ ਕਦੀ ਸਰਕਾਏ ਨਹੀਂ ਸੀ ਜਾਂਦੇ, ਬਾਰੀਆਂ ਕਦੀ ਖੁੱਲ੍ਹਦੀਆਂ ਨਹੀਂ ਸਨ। ਉੱਥੇ ਹਮੇਸ਼ਾ ਹਨੇਰਾ ਰਹਿੰਦਾ, ਦਿਨ ਦਾ ਕਿਤੇ ਨਾਮੋ ਨਿਸ਼ਾਨ ਤੱਕ ਨਹੀਂ ਸੀ। ਸਵੇਰ ਹੁੰਦੇ ਹੀ ਹਰ ਜਗ੍ਹਾ ਰੋਸ਼ਨੀ ਹੋਣ ਲੱਗਦੀ। ਇੱਥੇ ਹਮੇਸ਼ਾ ਰਾਤ ਸੀ। ਪੀਰ ਸਾਈਂ ਵਕਤ ਦਾ ਬਹੁਤ ਪਾਬੰਦ ਸੀ। ਉਸ ਨਾਲ ਘੜੀ ਮਿਲਾਈ ਜਾ ਸਕਦੀ ਸੀ। ਕਮਰੇ ਵਿੱਚੋਂ ਜਾਣ ਵਿੱਚ ਉਹ ਸਦੀਆਂ ਤੋਂ ਤੈਅਸ਼ੁਦਾ ਵਕਤ ਵਿੱਚ ਇੱਕ ਪਲ ਵੀ ਦੇਰ ਨਹੀਂ ਸੀ ਕਰਦਾ। ਪੌ ਫੁੱਟਦੇ ਹੀ ਉਹ ਬਾਹਰ ਹੁੰਦਾ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਮੇਰੇ ਨਾਲ ਹਮ ਬਿਸਤਰ ਹੋਣ ਆਉਂਦਾ। ਦਿਨ ਡੁੱਬਣ ਤੋਂ 1 ਘੰਟਾ ਪਹਿਲਾਂ ਪੀਰ ਸਾਈਂ ਫਿਰ ਵਿਹੜੇ ਵਿੱਚ ਵਿਖਾਈ ਦਿੰਦਾ। ਹਲਕੇ ਨਾਸ਼ਤੇ ਦੇ ਨਾਲ 1 ਕੱਪ ਚਾਹ ਪੀਂਦਾ, ਮਰਦਾਂ ਦੇ ਨਾਲ ਖਾਣਾ ਖਾਂਦਾ ਅਤੇ ਮੇਰੇ ਕੋਲ ਮੁੜਦਾ। ਅੱਧੀ ਰਾਤ ਹੁੰਦੇ ਹੁੰਦੇ ਉਹ ਘਰਾੜੇ ਮਾਰਨ ਲੱਗਦਾ। ਮੇਰੇ ਨਰਕ ਵਿੱਚ ਦੁਨੀਆ ਨਹੀਂ ਝਾਕ ਸਕਦੀ ਸੀ। ਮੇਰੇ ਨਸੀਬ ਵਿੱਚ ਜਿਨ੍ਹਾਂ 4 ਦੀਵਾਰੀਆਂ ਦੇ ਵਿੱਚ ਰਹਿਣਾ ਸੀ, ਉਹ ਅਸਮਾਨ ਤੱਕ ਉੱਚੀਆਂ ਸਨ। ਅਹਾਤੇ ਦੀ 4 ਦੀਵਾਰੀ ਨਾਲ ਲੱਗਵੀਂ ਫੁੱਲਾਂ ਦੀ ਕਿਆਰੀ ਉਜਾੜ ਪਈ ਸੀ। ਉਹਨਾਂ ਵਿੱਚ ਠੋਸ ਕੰਕਰੀਟ ਨੂੰ ਪਾੜ ਕੇ ਇੱਕ ਬੋਹੜ ਦਾ ਰੁੱਖ ਉੱਗ ਆਇਆ ਸੀ ਅਤੇ ਹਵਾ ਵਿੱਚ ਫੈਲ ਗਿਆ ਸੀ। ਮੈਂ ਸੁਣਿਆ ਸੀ ਕਿ ਪਹਿਲੇ 3 ਪੀਰਾਂ ਨੇ ਇਸ ਨੂੰ ਉਖਾੜ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਨਸਾਨੀ ਸ਼ਕਤੀ ਦੇ ਖਿਲਾਫ ਵਿਰੋਧ ਜਤਾਉਂਦਾ ਹੋਇਆ ਰੁੱਖ ਮੁੜ-ਮੁੜ ਉੱਗਿਆ ਸੀ। ਬਾਹਰੀ ਦੁਨੀਆ ਦੇ ਲਈ ਇੱਕ ਦਰਵਾਜ਼ੇ ਦੇ ਸਿਵਾ ਹੋਰ ਕੋਈ ਰਾਹ ਨਹੀਂ ਸੀ ਅਤੇ ਉਸ ਦੇ ਸਾਹਮਣੇ ਵੀ ਇੱਟਾਂ ਦੀ ਇੱਕ ਛੋਟੀ ਜਿਹੀ ਕੰਧ ਖੜੀ ਸੀ। ਖਾਸ ਅਹਾਤੇ ਵਿੱਚ ਇੱਕ ਪਾਸੇ ਦੂਰ ਤੱਕ ਢਕੇ ਹੋਏ ਬਰਾਂਡੇ ਦੇ ਮਾਲਕ ਦੇ ਕਮਰੇ, ਅੰਮਾ ਸਾਈਂ ਦੀਆਂ ਕੋਠੜੀਆਂ ਅਤੇ 2 ਖਾਲੀ ਕਮਰਿਆਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਵਿਹੜੇ ਦੇ ਖੱਬੇ ਪਾਸੇ ਇੱਕ ਛੱਪੜ ਦੇ ਹੇਠਾਂ ਜਾਲ ਨਾਲ ਢਕੀ ਹੋਈ ਸੀ। ਸਮਾਨ ਰੱਖਣ ਲਈ ਹੋਰ ਬਹੁਤ ਸਾਰੇ ਖਾਲੀ ਕਮਰੇ ਸੱਜੇ ਪਾਸੇ ਦੇ ਇੱਕ ਦੂਸਰੇ ਚਕੋਰ ਵਿਹੜੇ ਵਿੱਚ ਖੁੱਲ੍ਹਦੇ ਸਨ। ਪਿਛਲੇ ਦਰਵਾਜ਼ੇ 'ਤੇ ਕੁੰਡੀ ਲੱਗੀ ਰਹਿੰਦੀ ਸੀ। ਬਗਲ ਵਾਲਾ ਦਰਵਾਜ਼ਾ ਸਿੱਧਾ ਕਬਰਾਂ ਤੱਕ ਜਾਂਦਾ ਸੀ, ਸਿਰਫ ਕਬਰਾਂ ਤੱਕ। ਮੈਂ ਮਿੱਟੀ ਨਾਲ ਲਿਪੇ ਹਾਤੇ ਵਿੱਚ ਚੱਕਰ ਲਗਾਉਣ ਲੱਗੀ, ਬਾਰ-ਬਾਰ ਦੁਹਰਾਉਂਦੀ, ਜੋੜ ਦਿੰਦੀ ਅਤੇ ਪੁਸ਼ਟੀ ਕਰਦੀ, ਮੇਰੀ ਦੁਨੀਆ ਉਸੇ ਤਰ੍ਹਾਂ ਦੀ ਗੋਲ ਹੈ ਜਿਸ ਤਰ੍ਹਾਂ ਦੀ ਅੱਲਾ ਨੇ ਬਣਾਈ ਹੈ। ਮੈਂ ਇਸ ਨੂੰ ਇਸ ਤਰ੍ਹਾਂ ਦੀ ਬਣਾਵਾਂਗੀ ਜਿਹੋ ਜਿਹੀ ਹਰ ਕਿਸੇ ਦੀ ਹੈ। ਹਰ ਰੋਜ਼ ਮੈਂ ਇੰਨੇ ਚੱਕਰ ਲਾਉਂਦੀ ਸੀ, ਮੈਨੂੰ ਲੱਗਣ ਲੱਗਦਾ ਕਿ ਮੇਰੀਆਂ ਲੱਤਾਂ ਘੜੀ ਦੀਆਂ 2 ਸੂਈਆਂ ਵਾਂਗ ਘੁੰਮ ਰਹੀਆਂ ਹਨ, ਵਕਤ ਦੀ ਚਾਲ ਦੀ ਤਰ੍ਹਾਂ। ਜਲਦੀ ਹੀ ਮੈਂ ਹਵੇਲੀ ਦੀ ਦੂਸਰੀ ਮਾਲਕਣ ਬਣ ਗਈ। ਪਹਿਲੀ ਤਾਂ ਹਮੇਸ਼ਾ ਅੰਮਾ ਸਾਈਂ ਰਹੇਗੀ। ਸਿਵਾ ਮੇਰੇ ਸ਼ੌਹਰ ਦੇ ਉਹਨਾਂ ਦੇ ਹੁਕਮ ਨੂੰ ਕੋਈ ਖਾਰਜ ਨਹੀਂ ਕਰ ਸਕਦਾ। ਉਸ ਦੀ ਕਦੀ ਜ਼ਰੂਰਤ ਨਹੀਂ ਪਈ। ਉਸ ਦੀਆਂ ਸਾਰੀਆਂ ਹਦਾਇਤਾਂ ਉਸ ਦੇ ਪਸੰਦ ਦੇ ਅਨੁਸਾਰ ਹੁੰਦੀਆਂ। ਉਹਨਾਂ ਨੇ ਮੈਨੂੰ ਕਿਹਾ, ਜਦੋਂ ਕੋਈ ਔਰਤ ਬੇਵਾ ਹੋ ਜਾਂਦੀ ਹੈ, ਉਸ ਦਾ ਬੇਟਾ ਉਸ ਦੇ ਮਾਲਕ ਦੀ ਜਗ੍ਹਾ ਲੈ ਲੈਂਦਾ ਹੈ। ਹੁਣ ਇੱਥੇ ਤੂੰ ਰਾਜ ਕਰਨਾ ਹੈ। ਮੈਂ ਤੈਨੂੰ ਰਾਹ ਦੱਸਦੀ ਰਹਾਂਗੀ। ਸ਼ੌਹਰ ਆਪਣੀ ਬੀਵੀ ਦੀ ਹੁਨਰਮੰਦੀ ਵੇਖਣੀ ਪਸੰਦ ਕਰਦਾ ਹੈ, ਆਪਣੀ ਮਾਂ ਦੀ ਨਹੀਂ। ਮੈਨੂੰ ਆਪਣੀ ਮਾਂ ਦੀ ਮੁਸ਼ਕਲ ਦਾ ਖਿਆਲ ਆਇਆ। ਇਹ ਸਾਰੀ ਦੁਨੀਆ ਦਾ ਮਸਲਾ ਲੱਗਾ। ਔਰਤ ਦੀ ਬਸਾਤ ਸਦਾ ਮਰਦ 'ਤੇ ਟਿਕੀ ਹੁੰਦੀ ਹੈ, ਚਾਹੇ ਉਹ ਅਮੀਰ ਹੋਵੇ ਜਾਂ ਗਰੀਬ। ਪਹਿਲਾਂ ਪਿਤਾ, ਫਿਰ ਪਤੀ ਅਤੇ ਫਿਰ ਪੁੱਤਰ ਉਸ ਦੀ ਕਿਸਮਤ ਦੇ ਰਖਵਾਲੇ ਹੁੰਦੇ ਹਨ। ਮੈਂ ਇਸ ਸਫ਼ਰ ਦੇ ਦੂਸਰੇ ਪੜਾਅ 'ਤੇ ਸਾਂ। ਅੰਮਾ ਸਾਈਂ ਦੀ ਹਿਦਾਇਤ ਸੀ ਕਿ ਨਾਸ਼ਤੇ ਦੇ ਸਮੇਂ ਤੱਕ ਮੈਂ ਰਸੋਈ ਵਿੱਚ ਹੀ ਰਹਾਂ। ਸਵੇਰੇ ਜਿਵੇਂ ਹੀ ਮੈਂ ਕਮਰੇ ਤੋਂ ਬਾਹਰ ਨਿਕਲਦੀ, ਮੈਂ ਵੇਖਦੀ ਚੀਲ ਵਰਗੀ ਔਰਤ ਮੇਰੀ ਉਡੀਕ ਕਰ ਰਹੀ ਹੁੰਦੀ ਅਤੇ ਸਾਰਾ ਦਿਨ ਲੰਘ ਜਾਂਦਾ। ਉਹ ਆਪਣੇ ਜਿਸਮ ਦਾ ਬੋਝ ਇੱਕ ਪੈਰ ਤੋਂ ਦੂਸਰੇ 'ਤੇ ਨਹੀਂ ਸੀ ਬਦਲਦੀ। ਆਪਣੀਆਂ ਅੱਖਾਂ ਬੰਦ ਕੀਤੇ ਬਿਨਾਂ ਜਾਂ ਮੇਰੀਆਂ ਨਜ਼ਰਾਂ ਤੋਂ ਪਾਸੇ ਹੋਏ ਬਗੈਰ ਉਹ ਠੀਕ ਉਸੇ ਹੀ ਥਾਂ ਉਸੇ ਤਰ੍ਹਾਂ ਖੜੀ ਹੁੰਦੀ, ਜਿਵੇਂ ਕਿ ਰਾਤ ਨੂੰ ਕਮਰੇ ਵਿੱਚ ਜਾਣ ਤੋਂ ਪਹਿਲਾਂ ਮੈਂ ਵੇਖੀ ਹੁੰਦੀ। ਮੇਰਾ ਸਵੇਰ ਦਾ ਕੰਮ 5-10 ਖਾਸ ਮਹਿਮਾਨਾਂ ਲਈ ਖਾਸ ਨਾਸ਼ਤੇ ਦੀਆਂ ਥਾਲੀਆਂ ਸਜਾਉਣਾ ਸੀ। ਮੇਜ਼-ਪੋਸ਼ 'ਤੇ ਬੋਨ ਚਾਈਨੇ ਦੇ ਬਰਤਨਾਂ ਵਿੱਚ ਇੱਕ ਤਲਿਆ ਆਂਡਾ, 2 ਪਰੌਂਠੇ, ਗੋਸ਼ਤ ਜਾਂ ਚਿਕਨ ਦਾ ਸੁਗੂਣਾ ਅਤੇ ਚਾਹ ਪੇਸ਼ ਕੀਤੀ ਜਾਂਦੀ। ਆਮ ਪਲੇਟਾਂ ਦੀ ਮੰਗ ਹਮੇਸ਼ਾ ਜ਼ਿਆਦਾ ਰਹਿੰਦੀ। ਆਮ ਲੋਕਾਂ ਨੂੰ 60 ਤੋਂ 70 ਖੁੱਲ੍ਹੀਆਂ ਪਲੇਟਾਂ ਵਿੱਚ ਸਿਰਫ ਇੱਕ ਉਬਲਿਆ ਆਂਡਾ, ਇੱਕ ਰੋਟੀ ਅਤੇ ਇੱਕ ਚਾਹ ਦਾ ਕੱਪ ਦਿੱਤਾ ਜਾਂਦਾ। ਖਾਸ ਦਰਵਾਜ਼ੇ ਨੂੰ ਢੱਕਣ ਲਈ ਇੱਟਾਂ ਦੀ ਛੋਟੀ ਜਿਹੀ ਕੰਧ ਦੇ ਕੋਲ ਖੜ੍ਹੀ ਇੱਕ ਔਰਤ ਨੇ ਰਸੋਈ ਤੱਕ ਆਉਣ ਜਾਣ ਵਾਲੀ ਮਨੁੱਖੀ ਜੰਜੀਰ ਨੂੰ ਹਰਕਤ ਵਿੱਚ ਲੈ ਆਂਦਾ। 2 ਖਾਸ 10 ਆਮ, ਉੱਚੀ ਆਵਾਜ਼ ਵਿੱਚ ਉਹ ਹੁਕਮ ਦਿੰਦੀ ਅਤੇ ਵਿਹੜੇ ਵਿੱਚ ਖੜੋਤੀ ਇੱਕ ਦੂਸਰੀ ਨੌਕਰਾਣੀ ਆਰਡਰ ਦੁਹਰਾ ਦਿੰਦੀ। ਰਸੋਈ ਦੇ ਦਰਵਾਜ਼ੇ 'ਤੇ ਖੜ੍ਹੀ ਇੱਕ ਦੂਸਰੀ
ਉਸ ਨੂੰ ਫਿਰ ਦੁਹਰਾਉਂਦੀ, ਜਿੱਥੋਂ ਇੱਕ ਪਲੇਟ ਤੇ ਦੂਸਰੀ ਰੱਖ ਕੇ ਦੋ ਔਰਤਾਂ ਦੌੜ ਪੈਂਦੀਆਂ। ਖਾਸ ਦਰਵਾਜ਼ੇ ਦੇ ਪਿੱਛੇ ਮਰਦ ਪਲੇਟਾਂ ਨੂੰ ਫੜ ਲੈਂਦੇ ਅਤੇ ਦੂਸਰੇ ਮਰਦ ਨਵਾਂ ਆਰਡਰ ਦੇ ਦਿੰਦੇ। ਭਾਵੇਂ ਨੌਕਰਾਣੀਆਂ ਸ਼ਹਿਰ ਦੇ ਥੋਕ ਬਾਜ਼ਾਰਾਂ ਵਿਚਲੇ ਦਲਾਲਾਂ ਦੀ ਤਰ੍ਹਾਂ ਲੜਦੀਆਂ ਝਗੜਦੀਆਂ ਸਨ, ਦਿਨ ਦਾ ਇਹ ਵਕਤ ਉਸ ਭਿਆਨਕ ਮਾਹੌਲ ਤੋਂ ਜ਼ਿਆਦਾ ਸ਼ਾਂਤ ਸੀ ਜੋ ਮੇਰੇ ਸ਼ੌਹਰ ਦੀ ਮੌਜੂਦਗੀ ਵਿੱਚ ਸਭ 'ਤੇ ਹਾਵੀ ਹੋ ਜਾਂਦਾ ਸੀ। ਮੈਂ ਤੈਅਸ਼ੁਦਾ ਤੋਰੇ ਤੁਰਨ ਲੱਗੀ, ਪਰ ਇਹ ਨੀਰਸਤਾ ਤੋਂ ਮੈਂ ਉਨੀ ਹੀ ਡਰਨ ਲੱਗੀ ਸਾਂ ਜਿੰਨਾ ਕਿ ਇਹਨਾਂ ਸਾਰੀਆਂ ਦੀ ਅਨਿਸ਼ਚਿਤਤਾ ਤੋਂ। ਇੱਥੇ ਸਭ ਕੁਝ ਹਮੇਸ਼ਾ ਦੇ ਲਈ ਸੀ, ਕੁਝ ਵੀ ਬਦਲਿਆ ਨਹੀਂ ਸੀ ਜਾ ਸਕਦਾ। ਉਹਨਾਂ ਨੂੰ ਨਵੇਂ ਤਰੀਕੇ ਦੀ ਜ਼ਰੂਰਤ ਨਹੀਂ ਸੀ, ਸਿਰਫ ਇੱਕ ਹੋਰ ਇਨਸਾਨ ਦੀ ਲੋੜ ਸੀ ਜੋ ਇਸ ਪੁਰਾਣੀ ਰਵਾਇਤ ਨੂੰ ਚਲਾਉਂਦਾ ਰਹੇ। ਨੌਕਰਾਣੀਆਂ ਨੂੰ ਰਸੋਈ ਵਿੱਚ ਉਸੇ ਪੁਰਾਣੇ ਸਟੂਲ 'ਤੇ ਬੈਠੇ ਬੈਠੇ ਮਹੀਨੇ ਲੰਘ ਗਏ ਸਨ ਅਤੇ ਉਹਨਾਂ ਦੀਆਂ ਪਤਲੀਆਂ ਉੱਚੀਆਂ ਆਵਾਜ਼ਾਂ ਮੇਰੇ ਦਿਮਾਗ ਦੇ ਆਰ-ਪਾਰ ਹੋਣ ਲੱਗੀਆਂ। ਮੇਰੀ ਦੁਖਦੀ ਕਮਰ ਦਾ ਦਰਦ ਮੈਨੂੰ ਬੈਠਣ ਨਹੀਂ ਸੀ ਦੇ ਰਿਹਾ। ਇਸ ਸਭ ਤੋਂ ਪਰੇਸ਼ਾਨ ਮੈਂ ਫੁਹਾਰੇ ਦੇ ਹੇਠ ਆਪਣੇ ਜਿਸਮ ਨੂੰ ਠੰਡਾ ਕਰਨ ਦੇ ਲਈ ਗੁਸਲਖਾਨੇ ਵਿੱਚ ਚਲੀ ਗਈ। ਚੀਲ ਵਰਗੀ ਔਰਤ ਨੇ, ਜਿਸ ਨੂੰ ਚੀਲ ਕਿਹਾ ਜਾਂਦਾ ਸੀ, ਆਪਣੇ ਨਜ਼ਰਾਂ ਨਾਲ ਮੇਰੇ ਪੈਰਾਂ ਦਾ ਪਿੱਛਾ ਕੀਤਾ। ਮੈਂ ਆਪਣੇ ਵਾਲ ਬੰਨ੍ਹ ਰਹੀ ਸੀ ਕਿ ਅਚਾਨਕ ਪੀਰ ਸਾਈਂ ਅੰਦਰ ਆ ਗਿਆ। ਤੂੰ ਆਪਣੇ ਕੰਮ ਦੀ ਥਾਂ ਤੋਂ ਗੈਰ ਹਾਜ਼ਰ ਸੀ, ਉਸਨੇ ਕਿਹਾ। ਮੈਂ ਘਬਰਾ ਗਈ। ਮੈਨੂੰ ਬਹੁਤ ਗਰਮੀ ਲੱਗ ਰਹੀ ਸੀ ਪੀਰ ਸਾਈਂ, ਮੈਂ ਨਹਾਉਣਾ ਚਾਹੁੰਦੀ ਸੀ ਸਾਈਂ। ਮੇਰੀ ਬਾਂਹ ਫੜ ਕੇ ਉਸਨੇ ਮੈਨੂੰ ਵਿਹੜੇ ਵਿੱਚ ਖਿੱਚ ਲਿਆਂਦਾ ਅਤੇ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ। ਮੈਨੂੰ ਤਦ ਤੱਕ ਠੁੱਡ ਮਾਰਦਾ ਰਿਹਾ ਜਦ ਤੱਕ ਮੈਂ ਖੜੀ ਨਹੀਂ ਸੀ ਹੋ ਗਈ। ਉਹ ਤਦ ਤੱਕ ਧੱਕੇ ਮਾਰਦਾ ਰਿਹਾ ਜਦ ਤੱਕ ਮੈਂ ਡਿੱਗ ਨਹੀਂ ਸੀ ਪਈ। ਧੱਕੇ ਅਤੇ ਠੁੱਡ ਖਾਂਦੀ ਮੈਂ ਰਸੋਈ ਦੇ ਦਰਵਾਜ਼ੇ ਤੱਕ ਪਹੁੰਚੀ। ਆਟਾ ਗੁੰਨ, ਦੁਪਹਿਰ ਦਾ ਅਤੇ ਰਾਤ ਦਾ ਖਾਣਾ ਤਿਆਰ ਕਰ, ਦੁੱਧ ਉਬਾਲ ਅਤੇ ਕੱਲ੍ਹ ਦਾ ਨਾਸ਼ਤਾ ਤਿਆਰ ਕਰ, ਕਿਸੇ ਦੀ ਮਦਦ ਤੋਂ ਬਿਨਾਂ, ਉਸਨੇ ਹੁਕਮ ਦਿੱਤਾ। ਦੋ ਨੌਕਰਾਣੀਆਂ ਮੇਰੇ 'ਤੇ ਨਜ਼ਰ ਰੱਖ ਰਹੀਆਂ ਸਨ। ਸੂਰਜ ਡੁੱਬਣ 'ਤੇ ਦੂਜੀਆਂ ਦੋ ਹੋਰ ਆ ਗਈਆਂ ਸਨ। ਚੀਲ ਦੀ ਮੌਜੂਦਗੀ ਲਗਾਤਾਰ ਬਣੀ ਰਹੀ। ਇਸ ਜਲਾਲਤ ਨੇ ਮੈਨੂੰ ਬਹੁਤ ਹੇਠਾਂ ਸੁੱਟ ਦਿੱਤਾ। ਹਰ ਰੋਜ਼ ਬਿਨਾਂ ਨਾਗਾ ਜੋ ਮੇਰੇ ਪੈਰ ਛੂਹਦੇ ਸਨ, ਮੇਰੇ ਸਾਹਮਣੇ ਮਖੌਲ ਉਡਾਉਂਦੀਆਂ ਘੁੰਮਦੀਆਂ। ਕਿੰਨੇ ਸਾਰੇ ਸੱਚ ਉਜਾਗਰ ਹੋ ਗਏ, ਕਿੰਨੇ ਸਾਰੇ ਸੁਪਨੇ ਖਿੰਡ ਗਏ ਅਤੇ ਕਿੰਨੇ ਸਾਰੇ ਖਿਆਲ ਹਵਾ ਵਿੱਚ ਉੱਡ ਗਏ। ਮੇਰੀਆਂ ਦੁਖਦੀਆਂ ਹੋਈਆਂ ਗੱਲਾਂ 'ਤੇ ਹੰਝੂਆਂ ਦੇ ਦਰਿਆ ਵਹਿਣ ਲੱਗੇ। ਮੈਨੂੰ ਮਾਂ ਦੀ ਯਾਦ ਆ ਰਹੀ ਸੀ। ਬਚਣ ਦੇ ਲਈ ਮੈਂ ਉਸ ਦੀ ਕੁੱਖ ਵਿੱਚ ਸਿਮਟ ਜਾਣਾ ਚਾਹੁੰਦੀ ਸਾਂ। ਉਹ ਕਿੱਥੇ ਚਲੀ ਗਈ? ਉਹ ਮੈਨੂੰ ਮਿਲਣ ਕਿਉਂ ਨਹੀਂ ਆਈ? ਉਸ ਨੇ ਮੈਨੂੰ ਖਤ ਤੱਕ ਕਿਉਂ ਨਹੀਂ ਲਿਖਿਆ? ਬਚਾਅ ਦੇ ਲਈ ਮੈਂ ਭਰਾ ਨੂੰ ਬੁਲਾਇਆ ਅਤੇ ਮਾਯੂਸੀ ਵਿੱਚ ਆਖਰ ਮੈਂ ਅੱਬਾ ਦੇ ਕੋਲ ਪਹੁੰਚ ਗਈ। ਰੂਹਾਂ ਹਰ ਜਗ੍ਹਾ ਸਨ। ਅੱਬਾ ਇੱਥੇ ਠੀਕ ਮੇਰੀ ਬਗਲ ਵਿੱਚ ਹੀ ਹੋ ਸਕਦੇ ਹਨ। ਮੈਂ ਉਹਨਾਂ ਨੂੰ ਆਵਾਜ਼ ਦਿੱਤੀ, ਅੱਬਾ ਮੈਨੂੰ ਬਚਾਓ, ਮਿਹਰਬਾਨੀ ਕਰਕੇ ਮੈਨੂੰ ਉਸ ਤੋਂ ਬਚਾਓ। ਇੰਨਾ ਸਾਰਾ ਖਾਣਾ ਅਤੇ ਇੰਨੀ ਜਲਦੀ ਬਣਾਉਣਾ, ਮੇਰੀ ਚਿੰਤਾ ਵੱਧਦੀ ਜਾ ਰਹੀ ਸੀ। ਦੁਪਹਿਰ ਦਾ ਖਾਣਾ ਖਤਮ ਹੋ ਗਿਆ, ਰਾਤ ਦਾ ਵੀ ਖਾਣਾ ਖਤਮ ਹੋ ਚੁੱਕਾ ਸੀ। ਉਸ ਰਾਤ ਪੀਰ ਸਾਈਂ ਮੇਰੇ ਨਾਲ ਖਾਣਾ ਨਹੀਂ ਸੀ ਖਾ ਰਿਹਾ। ਇਸ ਗੱਲ ਨੂੰ ਲੈ ਕੇ ਮੈਂ ਖੁਸ਼ ਸੀ, ਪਰ ਫਿਰ ਉਦਾਸ ਹੋ ਗਈ। ਮਾਂ ਨੇ ਮੈਨੂੰ ਚਿੱਠੀ ਕਿਉਂ ਨਹੀਂ ਲਿਖੀ? ਉਹ ਮੈਨੂੰ ਵੇਖਣ ਕਿਉਂ ਨਹੀਂ ਆਈ? ਕਾਫੀ ਮਹੀਨੇ ਪਹਿਲਾਂ ਮੈਂ ਅੰਮਾ ਸਾਈਂ ਨੂੰ ਪੁੱਛਿਆ ਸੀ, ਮੈਂ ਆਪਣੀ ਮਾਂ ਨੂੰ ਇੱਕ ਸੁਨੇਹਾ ਕਦੋਂ ਭੇਜ ਸਕਦੀ ਹਾਂ ਕਿ ਉਹ ਮੈਨੂੰ ਮਿਲਣ ਆਵੇ? ਜਦ ਤੂੰ ਠੀਕ ਤਰ੍ਹਾਂ ਸੈੱਟ ਹੋ ਜਾਵੇਂਗੀ, ਤੇਰਾ ਸ਼ੌਹਰ ਸੁਨੇਹਾ ਭੇਜ ਦੇਵੇਗਾ, ਉਹਨਾਂ ਨੇ ਜਵਾਬ ਦਿੱਤਾ ਸੀ। ਮੈਂ ਉਹਨਾਂ ਨੂੰ ਕਈ ਵਾਰ ਪੁੱਛਿਆ, ਕੀ ਤੁਸੀਂ ਮੇਰੀ ਮਾਂ ਦੇ ਬਾਰੇ ਉਹਨਾਂ ਨੂੰ ਕਹਿ ਸਕਦੇ ਹੋ? ਬਿਲਕੁਲ ਨਹੀਂ, ਉਹਨਾਂ ਨੇ ਝਿੜਕ ਕੇ ਕਿਹਾ। ਤੇਰਾ ਸ਼ੌਹਰ ਹੀ ਤੈਅ ਕਰੇਗਾ ਕਿ ਤੇਰੀ ਮਾਂ ਨੂੰ ਕਦੋਂ ਆਉਣਾ ਚਾਹੀਦਾ ਹੈ। ਰਸੋਈ ਗਰਮ ਸੀ ਤੇ ਮੈਂ ਇਕੱਲੀ। ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਬਚਿਆ ਜਿਸ ਦੀ ਮੈਨੂੰ ਇੱਛਾ ਸੀ। ਫਿਰ ਵੀ ਇਹ ਤਾਂ ਬਸ ਆਰੰਭ ਸੀ। ਕੀ ਇਹ ਹਮੇਸ਼ਾ ਦੇ ਲਈ ਹੈ? ਬਿਲਕੁਲ। ਕੱਲ੍ਹ ਦੇ ਨਾਸ਼ਤੇ ਦੇ ਲਈ ਮਨ ਪਰ ਆਟਾ ਗੁੰਨਦੇ ਗੁੰਨਦੇ ਮੈਂ ਤੇ ਰੋਣ ਲੱਗੀ। ਹਰ ਚੀਜ਼ ਉਸੇ ਨੂੰ ਪੱਕਾ ਕਰਦੀ ਕਿ ਇਹ ਹਮੇਸ਼ਾ ਦੇ ਲਈ ਹੈ, ਸਿਰਫ ਉਸ ਰਾਤ ਦੀ ਗੱਲ ਨਹੀਂ ਜੋ ਗੁਜ਼ਰ ਚੁੱਕੀ। ਫਜਰ ਦੀ ਨਮਾਜ਼ ਦੇ ਲਈ ਮੈਂ ਰਸੋਈ ਤੋਂ ਬਾਹਰ ਆਈ ਅਤੇ ਫੌਰਨ ਵਾਪਸ ਮੁੜ ਗਈ। ਉਹ ਜਲਦੀ ਉੱਠ ਜਾਵੇਗਾ, ਇਸ ਤੋਂ ਕਿਸੇ ਕਿਸਮ ਦੀ ਕਮੀ ਸਹਿਣ ਨਹੀਂ ਹੁੰਦੀ। ਮੇਰੀ ਸਜ਼ਾ ਤੋਂ ਉਸਦੇ ਮੂਡ ਦਾ ਪਤਾ ਲੱਗਦਾ ਸੀ। ਚੁੱਪ ਮੌਤ ਦੇ ਖਤਰੇ ਵਾਂਗ ਚਿੰਬੜੀ ਸੀ। ਅਚਾਨਕ ਮੈਂ ਉਸ ਨੂੰ ਆਪਣੇ ਪਿੱਛੇ ਮਹਿਸੂਸ ਕੀਤਾ। ਜਦ ਉਹ ਬੋਲਿਆ, ਮੈਂ ਉੱਛਲ ਪਈ। ਲੱਗਾ ਜਿਵੇਂ ਬਿਜਲੀ ਦੀ ਤਾਰ ਹੋ ਗਈ ਹੋਵੇ। ਅੱਜ ਕੋਈ ਮਦਦ ਲਈ ਨਹੀਂ ਆਵੇਗਾ, ਕਿਸੇ ਗਲਤੀ ਦੀ ਇਜਾਜ਼ਤ ਨਹੀਂ। ਖਾਸ ਅਤੇ ਆਮ ਪਲੇਟਾਂ ਦੀ ਮੰਗ ਸ਼ੁਰੂ ਹੋ ਗਈ। ਪਹਿਲਾਂ ਕਦੀ ਮੈਂ ਮਹਿਸੂਸ ਨਹੀਂ ਸੀ ਕੀਤਾ ਕਿ ਦੋ ਹੱਥ ਨਾਕਾਫੀ ਹਨ। ਮੈਂ ਵਕਤ ਦੇ ਖਿਲਾਫ ਦੌੜ ਰਹੀ ਸੀ। ਮੱਗ ਵਿੱਚ ਚਾਹ ਪਾਉਣਾ, ਕੜਛੀ ਨਾਲ ਸ਼ੋਰਬਾ ਪਾਉਣਾ, ਪਰੌਂਠੇ ਬਣਾਉਣਾ, ਆਪਣੇ ਹੱਥ ਸਾੜਨਾ, ਆਂਡੇ ਤਲਣਾ,
ਜਾਂ ਆਪਣੀਆਂ ਉਂਗਲੀਆਂ ਨੂੰ ਸਾੜਦੇ ਉਹਨਾਂ ਦੇ ਉੱਬਲਦੇ ਪਾਣੀ ਵਿੱਚੋਂ ਕੱਢਣਾ। ਕੁਝ ਵੀ ਠੰਡਾ ਨਹੀਂ ਸੀ ਹੋਣਾ ਚਾਹੀਦਾ। ਹਰ ਚੀਜ਼ ਤਾਜ਼ਾ, ਗਰਮ ਅਤੇ ਜ਼ਾਇਕੇਦਾਰ ਹੋਣਾ ਲਾਜ਼ਮੀ ਸੀ। ਕਿ ਉਹ ਹਰ ਚੀਜ਼ ਚੱਖ ਰਿਹਾ ਸੀ? ਕਿ ਇੱਕ ਛੋਟੀ ਜਿਹੀ ਗਲਤੀ ਦੀ ਵੀ ਸਜ਼ਾ ਮਿਲੇਗੀ? ਨਹੀਂ ਨਹੀਂ, ਗਲਤੀ ਦੀ ਤਾਂ ਗੁੰਜਾਇਸ਼ ਹੀ ਨਹੀਂ ਸੀ। ਸੂਰਜ ਸਿਰ ਉੱਪਰ ਆ ਗਿਆ ਸੀ। ਅਸਮਾਨ ਅੱਗ ਭਰਾ ਰਿਹਾ ਸੀ, ਜਿਸ ਨਾਲ ਮੇਰਾ ਚਿਹਰਾ ਤੇ ਪਿੱਠ ਝੁਲਸ ਰਹੀ ਸੀ। ਕੀ ਇਹੋ ਨਰਕ ਹੈ? ਕਿ ਖੁਦਾ ਨੇ ਮੈਨੂੰ ਇਸ ਦੇ ਹੱਥਾਂ ਵਿੱਚ ਇਸੇ ਲਈ ਦਿੱਤਾ ਸੀ ਕਿ ਉਹ ਮੈਨੂੰ ਗੰਦੀਆਂ ਗਲੀਆਂ ਵਿੱਚੋਂ ਕੱਢ ਕੇ ਉਚਾਈ ਤੱਕ ਪਹੁੰਚਾ ਦੇਵੇ ਤੇ ਫਿਰ ਇੱਕ ਕਿਲਾ ਬਣਾ ਕੇ ਛੱਡ ਦੇਵੇ? ਕੀ ਉਹ ਖੁਦਾ ਸੀ? ਕਿ ਉਸ ਦੇ ਬਾਰੇ ਕੁਝ ਨਹੀਂ ਅੰਦਾਜ਼ਾ ਲਾਇਆ ਜਾ ਸਕਦਾ? ਉਹ ਕਿਸੇ ਗੱਲ ਦਾ ਜਵਾਬ ਦੇ ਨਹੀਂ। ਆਖਰਕਾਰ ਦਿਨ ਖਤਮ ਹੋਇਆ। ਪੀਰ ਸਾਈਂ ਨੇ ਮੈਨੂੰ ਬੁਲਾਇਆ। ਜਦ ਮੈਂ ਉਸ ਦੇ ਕਮਰੇ ਵਿੱਚ ਵੜੀ, ਉਸਨੇ ਮੂੰਹ ਚੜਾਇਆ। ਕਿ ਮੇਰੇ ਕੋਲੋਂ ਕੋਈ ਹੋਰ ਪਾਪ ਹੋ ਗਿਆ ਹੈ? ਬਦਬੂ ਤੋਂ ਉਸ ਨੂੰ ਨਫ਼ਰਤ ਸੀ। ਮੈਂ ਆਕੜ ਗਈ। ਮੇਰੇ ਕੋਲ ਕਾਰਨ ਸੀ ਕਿ ਮੈਂ ਦੱਸ ਨਹੀਂ ਸੀ ਸਕਦੀ। ਜਦ ਉਸਨੇ ਕਿਹਾ, ਕੋਈ ਗੱਲ ਨਹੀਂ, ਮੈਂ ਉਸ ਦੇ ਅਹਿਸਾਨ ਹੇਠ ਦੱਬ ਗਈ। ਅੱਜ ਖੁਦਾ ਮੇਰੇ ਤੇ ਮਿਹਰਬਾਨ ਤੇ ਰਹਿਮਦਿਲ ਸੀ। ਜਿਵੇਂ ਹੀ ਉਸਨੇ ਅੱਗੇ ਵਧਣਾ ਸ਼ੁਰੂ ਕੀਤਾ, ਮੇਰੇ ਜਿਸਮ ਵਿੱਚ ਪਿਛਲੀ ਰਾਤ ਵਾਂਗ ਕੰਬਣੀ ਛਿੜ ਗਈ। ਉੱਪਰ ਵਾਲੇ ਦਾ ਸ਼ੁਕਰ ਹੈ ਕਿ ਉਸ ਦੇ ਮੁਸ਼ਕ ਨਾਲ ਮੇਰੇ ਹੋਸ਼ ਗੁੰਮ ਹੋ ਗਏ ਸਨ। ਮੈਥੋਂ ਸੰਘਣੇ ਕਾਲੇ ਜੰਗਲ ਹੇਠ ਦੱਬੀ ਤੋਂ ਸਾਹ ਨਹੀਂ ਸੀ ਲੈ ਹੋ ਰਿਹਾ। ਵਕਤ ਠਹਿਰ ਗਿਆ ਸੀ। ਸੜੇ ਗੁਲਾਬ ਦੀ ਗੰਧ ਕਾਰਨ ਮੈਂ ਉੱਪਰ ਛੱਲ ਆਈ। ਉਹ ਉੱਠ ਰਿਹਾ ਸੀ। ਮੈਨੂੰ ਮੁਕਤੀ ਮਿਲ ਰਹੀ ਸੀ। ਫਿਰ ਵੀ ਮੈਂ ਸ਼ਿਕੰਜੇ ਵਿੱਚ ਜਕੜੀ ਹੋਈ ਸੀ। ਮੇਰੇ ਨਾਲੋਂ ਤਾਂ ਨੌਕਰਾਨੀਆਂ ਜ਼ਿਆਦਾ ਖੁਸ਼ਕਿਸਮਤ ਹਨ, ਕਿਉਂਕਿ ਉਹ ਘਰ ਤਾਂ ਜਾ ਸਕਦੀਆਂ ਹਨ। ਮੇਰੀ ਤਰ੍ਹਾਂ ਕੈਦ ਵਿੱਚ ਉਹ 5 ਬਿੱਲੀਆਂ ਵੀ ਮੇਰੇ ਨਾਲੋਂ ਵੱਧ ਖੁਸ਼ਕਿਸਮਤ ਸਨ, ਜੋ ਪੀਰ ਦੇ ਰਾਹ ਵਿੱਚ ਖੁਸ਼ਕ ਜਾਂਦੀਆਂ ਅਤੇ ਗਾਇਬ ਹੋ ਜਾਂਦੀਆਂ। ਮੈਂ ਤਾਂ ਇਹ ਵੀ ਨਹੀਂ ਸੀ ਕਰ ਸਕਦੀ। ਬੱਚੇ ਉਸ ਦੀ ਬਜਾਏ ਇਹਨਾਂ ਬਿੱਲੀਆਂ ਕੋਲ ਜਾਂਦੇ, ਉਹਨਾਂ ਦੀਆਂ ਪੂਛਾਂ ਪੜ ਕੇ ਸਾਰੇ ਵਿਹੜੇ ਵਿੱਚ ਦੌੜ ਲਾਉਂਦੇ। ਘਰ ਵਿੱਚ ਖੇਡਣ ਲਈ ਖਿਡੌਣੇ ਨਹੀਂ ਸਨ। ਮੈਨੂੰ ਇਹ ਜਾਣ ਕੇ ਝਟਕਾ ਜਿਹਾ ਲੱਗਾ, ਜਦ ਕਿ ਉਹਨਾਂ ਵਿੱਚ ਕੋਈ ਬਿੱਲਾ ਨਹੀਂ ਸੀ। ਮੇਰੇ ਇਹ ਕਹਿਣ 'ਤੇ ਦਾਈ ਨੂੰ ਹਾਸਾ ਆ ਗਿਆ ਅਤੇ ਉਸਨੇ ਜੋ ਦੱਸਿਆ ਉਸ ਨਾਲ ਮੈਂ ਕੰਬ ਗਈ। ਪਿਛਲੀ ਵਾਰ ਮੈਂ ਵੇਖਿਆ ਕਿ ਇੱਕ ਬਿੱਲਾ ਚਿਮਨੀ ਰਾਹੀਂ ਔਰਤਾਂ ਦੀਆਂ ਕੋਠੜੀਆਂ ਵਿੱਚ ਚੋਰੀ ਛੁਪੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਆਤਿਸ਼ਦਾਨ ਵਿੱਚ ਜਿਉਂਦੇ ਸਾੜ ਦਿੱਤਾ ਗਿਆ। ਉਹ ਰਾਖ ਹੋ ਗਿਆ। ਉਸ ਦੀਆਂ ਸੜੀਆਂ ਹੋਈਆਂ ਲੱਕੜੀਆਂ ਨਾਲ ਸਮੇਟ ਕੇ ਗੰਦੀਆਂ ਨਾਲੀਆਂ ਵਿੱਚ ਰੋੜ ਦਿੱਤਾ ਗਿਆ। ਹਾਲਾਂਕਿ ਹਵੇਲੀ ਵਿੱਚ ਬਹੁਗਿਣਤੀ ਔਰਤਾਂ ਦੀ ਸੀ, ਲੇਕਿਨ ਇਹ ਕਹਿਣ ਨਾਲ ਕਿ 2 ਔਰਤਾਂ ਇੱਕ ਮਰਦ ਦੇ ਬਰਾਬਰ ਹੁੰਦੀਆਂ ਹਨ, ਸਾਡੀ ਗਿਣਤੀ ਅੱਧੀ ਰਹਿ ਗਈ ਸੀ। ਹਜ਼ਾਰਾਂ ਹੋਰ ਕਾਰਨਾਂ ਕਰਕੇ ਇਹ ਗਿਣਤੀ ਇੰਨੀ ਘੱਟ ਕਰ ਦਿੱਤੀ ਜਾਂਦੀ ਕਿ ਅਸੀਂ ਸਿਫਰ ਹੋ ਜਾਂਦੀਆਂ। ਅੰਮਾ ਸਾਈ ਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਘਰ ਦੀ ਮਾਲਕ ਨੂੰ ਦੂਜੀਆਂ ਔਰਤਾਂ ਨਾਲੋਂ ਦੂਰੀਆਂ ਬਣਾ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਮਾਲਕ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਮੇਲ ਜੋਲ ਪਸੰਦ ਨਹੀਂ ਕਰਦਾ। ਲੇਕਿਨ ਨੌਕਰਾਣੀਆਂ ਆਪਸ ਵਿੱਚ ਗੱਲਬਾਤ ਤੇ ਹਾਸਾ ਮਖੌਲ ਕਰ ਸਕਦੀਆਂ ਸਨ। ਉਹਨਾਂ ਦੇ ਨੀਵੇਂ ਰੁਤਬੇ ਕਰਕੇ ਉਹਨਾਂ ਨੂੰ ਇਹ ਇਜਾਜ਼ਤ ਮਿਲੀ ਹੋਈ ਸੀ। ਅੰਮਾ ਸਾਈ ਮੇਰੇ ਲਈ ਇੱਕ ਆਦਰਸ਼ ਸਨ। ਮੈਂ ਕਿਸੇ ਨਾਲ ਗੱਲ ਨਹੀਂ ਸੀ ਕਰ ਸਕਦੀ। ਹਵੇਲੀ ਵਿੱਚ ਖਬਰ ਦਾਖਲ ਹੁੰਦੀ ਤੇ ਦਿਨ ਨਾਲ ਆਉਣ ਵਾਲੀਆਂ ਸਾਰੀਆਂ ਮੱਖੀਆਂ ਦੀ ਤਰ੍ਹਾਂ ਚਾਰੇ ਪਾਸੇ ਭਿਣਭਿਣਾਉਂਦੀ ਫਿਰਦੀ। ਹਰ ਚੀਜ਼ ਮੇਰੇ ਦਿਮਾਗ ਵਿੱਚ ਲਗਾਤਾਰ ਘੁੰਮਦੀ ਰਹਿੰਦੀ। ਉੱਥੇ ਕੋਈ ਰੋਕ ਟੋਕ ਨਹੀਂ ਸੀ, ਕੋਈ ਬੰਨ੍ਹਣ ਨਹੀਂ ਸੀ। ਮੈਨੂੰ ਪਤਾ ਲੱਗਾ ਕਿ ਪੀਰ ਸਾਈਂ ਦੀ ਪਹਿਲੀ ਬੀਵੀ ਸੁਹਾਗ ਰਾਤ ਨੂੰ ਹੀ ਮਰ ਗਈ ਸੀ। ਸ਼ਾਇਦ ਉਸ ਦਾ ਦਿਲ ਕਮਜ਼ੋਰ ਸੀ। ਦੂਸਰੀ ਬੀਵੀ ਦੂਸਰੇ ਦਿਨ ਤੱਕ ਜਿਉਂਦੀ ਰਹੀ, ਲੇਕਿਨ ਸ਼ਾਮ ਹੁੰਦੇ ਹੁੰਦੇ ਉਸ ਨੂੰ ਦੌਰਾ ਪੈ ਗਿਆ ਅਤੇ ਉਹ ਉਸ ਤੋਂ ਬਾਹਰ ਆਉਣਾ ਨਹੀਂ ਸੀ ਚਾਹੁੰਦੀ। 2 ਦਿਨ ਬਾਅਦ ਉਹ ਹਿੱਲੀ ਜੁਲੀ ਅਤੇ ਉਸ ਨੂੰ ਕੰਬਣੀ ਜਿਹੀ ਆਈ ਤੇ ਮਰ ਗਈ। ਮੈਂ ਇਹ ਵੀ ਸੁਣਿਆ ਸੀ ਕਿ ਜਦ ਤੱਕ ਉਸਨੇ ਮੇਰੀ ਨਾਉਮੀਦ ਮਾਂ ਦੇ ਨਾਲ ਮੈਨੂੰ ਨਹੀਂ ਸੀ ਵੇਖਿਆ, ਪੀਰ ਸਾਈਂ ਦੁਬਾਰਾ ਸ਼ਾਦੀ ਕਰਨ ਲਈ ਤਿਆਰ ਨਹੀਂ ਸੀ। ਕਿ ਉਸ ਦੀਆਂ ਬੀਵੀਆਂ ਦੀ ਮੌਤ ਅਤੇ ਮੇਰੇ ਆਉਣ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਵਿੱਚ ਕੋਈ ਹੋਰ ਔਰਤ ਨਹੀਂ ਆਈ? ਮੇਰੇ ਬੁੱਲ੍ਹਾਂ 'ਤੇ ਸਿਰਫ ਇਹੋ ਇੱਕ ਸਵਾਲ ਸੀ ਜੋ ਹਮੇਸ਼ਾ ਮੇਰੇ ਜ਼ਿਹਨ ਵਿੱਚ ਘੁੰਮਦਾ ਰਹਿੰਦਾ। ਇੱਕ ਐਸੇ ਮਾਹੌਲ ਵਿੱਚ ਜਿਸ ਵਿੱਚ ਕਿਸੇ ਕਿਸਮ ਦੀ ਇਜਾਜ਼ਤ ਨਹੀਂ ਸੀ, ਕਿਸੇ ਵੀ ਚੀਜ਼ ਦੀ ਬਾਬਤ ਸੋਚਣ ਦੀ ਆਜ਼ਾਦੀ ਇੱਕ ਹੈਰਾਨੀ ਦੀ ਗੱਲ ਸੀ। ਮੈਂ ਨਿਰਾਸ਼ਾਵਾਂ ਦੇ ਢੇਰ ਵਿੱਚ ਬਦਲ ਗਈ। ਪ੍ਰਗਟਾਵੇ ਤੋਂ ਬਿਨਾਂ ਖਿਆਲ ਖਿੰਡ ਜਾਂਦੇ ਹਨ। ਨਵੇਂ ਖਿਆਲ ਪੁਰਾਣਿਆਂ ਵਿੱਚ ਜਮ੍ਹਾਂ ਹੋ ਜਾਂਦੇ ਹਨ ਅਤੇ ਮੇਰੇ ਸਿਰ ਦਾ ਬੋਝ ਜ਼ੁਬਾਨ 'ਤੇ ਉਤਰ ਆਉਂਦਾ। ਮੈਂ ਬੇਜ਼ੁਬਾਨ ਹੋ ਜਾਂਦੀ। ਜਦ ਬਹੁਤ ਸਾਰੀਆਂ ਖਾਮੋਸ਼ੀਆਂ ਗੁਜ਼ਰ ਗਈਆਂ, ਆਪਣੇ ਮੂੰਹ ਵਿੱਚੋਂ ਮੈਨੂੰ ਅਪਾਹਜ ਲਫ਼ਜ਼ਾਂ ਦਾ ਢੋਅ ਦਾ ਤਣਾਅ ਮਹਿਸੂਸ ਹੋਣ ਲੱਗਾ। ਔਰਤਾਂ ਦਾ ਬੇਚਿਹਰਾ ਆਦਮੀਆਂ ਦੀਆਂ ਕਹਾਣੀਆਂ ਵੀ ਆਮ ਸਨ। ਸਭ ਤੋਂ ਜ਼ਿਆਦਾ ਕਹਾਣੀਆਂ ਪਿੰਡ ਦੇ ਇੱਕ ਮੁੰਡੇ ਦੇ ਬਾਰੇ ਕਹੀਆਂ ਜਾਂਦੀਆਂ, ਜਿਸ ਨੂੰ ਉਸ ਦਿਨ ਮੁੰਡੇਬਾਜ਼ੀ ਕਰਦਿਆਂ ਕੁੱਟਿਆ ਗਿਆ ਸੀ। ਮੈਨੂੰ ਹੈਰਾਨੀ ਹੁੰਦੀ ਸੀ ਕਿ ਇਸ ਜੁਰਮ 'ਤੇ ਇੰਨੀਆਂ ਬਦਦੁਆਵਾਂ ਤੇ ਗੰਦੀਆਂ ਗਾਲੀਆਂ ਉਸ ਨੂੰ ਦਿੱਤੀਆਂ ਗਈਆਂ, ਜਦਕਿ ਮੁੰਡਿਆਂ ਦੀਆਂ ਟੋਲੀਆਂ ਖੇਤਾਂ ਵਿੱਚ ਖੋਤੀਆਂ ਨੂੰ ਅਕਸਰ ਕਾਬੂ ਕਰ ਲੈਂਦੀਆਂ, ਜੋ ਉਹਨਾਂ ਦੇ ਵਿਰੋਧ ਵਿੱਚ ਦੁਲੱਤੇ ਮਾਰਨ ਦੇ ਬਾਵਜੂਦ ਉਹਨਾਂ ਨਾਲ ਜ਼ਬਰਦਸਤੀ ਕਰਦੀਆਂ ਰਹਿੰਦੀਆਂ
ਅਤੇ ਬਾਅਦ ਵਿੱਚ ਹਰ ਕੋਈ ਠਾਕੇ ਲਾਉਂਦਾ ਤੇ ਇਸ ਭੈੜੇ ਕੰਮ ਦਾ ਮਜ਼ਾਕ ਉਡਾਉਂਦਾ। ਮੈਂ ਤੌਬਾ ਤੌਬਾ ਕਰਦੀ ਘੁੰਮਦੀ ਰਹਿੰਦੀ। ਅੰਮਾ ਸਾਈ ਨੇ ਮੈਨੂੰ ਖਬਰਦਾਰ ਕੀਤਾ, ਤੂੰ ਇੱਥੇ ਕਿਸੇ 'ਤੇ ਯਕੀਨ ਨਹੀਂ ਕਰ ਸਕਦੀ। ਇੱਥੇ ਇਸ ਤਰ੍ਹਾਂ ਦਾ ਕੋਈ ਨਹੀਂ ਜੋ ਤੇਰੇ ਕਿਸੇ ਵੀ ਕੰਮ ਬਾਰੇ ਪੀਰ ਸਾਈ ਨੂੰ ਖਬਰ ਨਹੀਂ ਦੇਵੇਗਾ ਅਤੇ ਤੇਰੇ ਉੱਤੇ ਮੈਂ ਖੁਦ ਵੀ ਨਜ਼ਰ ਰੱਖਾਂਗੀ। ਮੇਰੀ ਸੱਸ ਦੇ ਜਾਸੂਸ ਕਿਸੇ ਵੀ ਛੋਟੀ ਜਿਹੀ ਗਲਤੀ ਜਾਂ ਗੜਬੜੀ ਤੱਕ ਦੀ ਖਬਰ ਉਸ ਨੂੰ ਦਿੰਦੇ। ਉਹ ਦੋਸ਼ੀ ਨੂੰ ਬੁਲਾਉਂਦੇ ਅਤੇ ਮੁਨਾਸਬ ਸਜ਼ਾ ਦਿੰਦੇ। ਉਸਨੇ ਮੈਨੂੰ ਕਿਹਾ ਸੀ, ਕਿਸੇ ਵੀ ਗਲਤ ਚੀਜ਼ ਨੂੰ ਸ਼ੁਰੂ ਵਿੱਚ ਹੀ ਖਤਮ ਕਰ ਦੇਣ ਦਾ ਇਹੋ ਤਰੀਕਾ ਹੈ। ਮੇਰੇ ਪੁੱਤਰ ਕੋਲ ਸਿਰਫ ਅਹਿਮ ਮਸਲੇ ਲਿਆਂਦੇ ਜਾਣੇ ਚਾਹੀਦੇ ਹਨ। ਮੇਰੀਆਂ ਤਾਂ ਸਾਰੀਆਂ ਗਲਤੀਆਂ ਅਹਿਮ ਸਨ। ਮੇਰੀ ਬਾਬਤ ਜੋ ਵੀ ਹੁੰਦਾ ਉਹ ਉਸ ਨੂੰ ਸਭ ਦੱਸ ਦਿੰਦੀ। ਉਸਨੇ ਸਾਫ਼ ਕੀਤਾ, ਤੂੰ ਉਸ ਦੀ ਬੀਵੀ ਹੈ ਅਤੇ ਆਪਣੇ ਮਾਮਲੇ ਉਹ ਖੁਦ ਨਿਬੇੜੇਗਾ। ਆਪਣੇ ਜ਼ਿਹਨ ਵਿੱਚ ਜੇ ਤੂੰ ਉਸ ਦੀਆਂ ਖਾਹਿਸ਼ਾਂ ਸਭ ਤੋਂ ਉੱਪਰ ਰੱਖੇਂਗੀ, ਤੂੰ ਠੀਕ ਉਸੇ ਤਰ੍ਹਾਂ ਹੀ ਬਣ ਜਾਵੇਗੀ ਜਿਸ ਤਰ੍ਹਾਂ ਦੀ ਉਹ ਤੈਨੂੰ ਬਣਾਉਣਾ ਚਾਹੁੰਦੀ ਹੈ। ਇਸ ਜਹਾਨ ਵਿੱਚ ਕੋਈ ਦੋਸਤ ਨਹੀਂ ਸੀ, ਉੱਥੇ ਰਹਿਮ ਵੀ ਨਹੀਂ ਸੀ। ਨੌਕਰਾਣੀਆਂ ਮੇਰੀਆਂ ਦੁਸ਼ਮਣ ਬਣ ਗਈਆਂ ਸਨ। ਹਾਲਾਤ ਇਹੀ ਅਜਿਹੇ ਸਨ ਕਿ ਇਸ ਮਾੜੀ ਹਾਲਾਤ ਵਿੱਚ ਭਾਵੇਂ ਸਾਡੀ ਸਾਂਝ ਸੀ, ਪਰ ਅਸੀਂ ਸਾਥੀ ਨਹੀਂ ਸਾਂ। ਜਿਉਂਦੇ ਰਹਿਣ ਲਈ ਜ਼ਰੂਰੀ ਸੀ ਕਿ ਪੀਰ ਸਾਈਂ ਦੇ ਗੁੱਸੇ ਤੋਂ ਬਚਿਆ ਜਾਵੇ। ਹਰ ਕਿਸੇ ਦੀ ਵਫ਼ਾਦਾਰੀ ਕੇਵਲ ਪੀਰ ਸਾਈਂ ਨਾਲ ਸੀ, ਖਾਸ ਤੌਰ 'ਤੇ ਚੀਲ ਦੀ। ਉਹ ਇਕੱਲੀ ਤੇ ਬੇਹਰਕਤ ਰਹਿੰਦੀ। ਉਹਦਾ ਹੋਰ ਕੋਈ ਕੰਮ ਨਹੀਂ ਸੀ ਸਿਵਾਏ ਵਿਹੜੇ ਵਿੱਚ ਹੋਣ ਵਾਲੀ ਹਰ ਚੀਜ਼ 'ਤੇ ਨਜ਼ਰ ਰੱਖਣ ਤੋਂ। ਉਹ ਕਿਸੇ ਨਾਲ ਗੱਲ ਨਹੀਂ ਸੀ ਕਰਦੀ, ਅੰਮਾ ਸਾਈਂ ਨਾਲ ਵੀ ਨਹੀਂ। ਉਹਦੀ ਮੌਜੂਦਗੀ ਮੁਰਦਿਆਂ ਵਾਂਗ ਹੀ ਸੀ ਜੋ ਕਿਆਮਤ ਦੇ ਦਿਨ ਤੋਂ ਪਹਿਲਾਂ ਕਦੀ ਨਹੀਂ ਬੋਲਦੇ। ਸਾਈਂ ਦੇ ਸਾਹਮਣੇ ਉਹ ਸਭ ਕੁਝ ਕਹਿ ਜਾਂਦੀ। ਘਰ ਮੁੜਨ ਤੋਂ ਪਹਿਲਾਂ ਉਹ ਦਰਵਾਜ਼ੇ ਦੇ ਸਾਹਮਣੇ ਬਣੀ ਕੰਧ ਦੇ ਸਹਾਰੇ ਖੜੀ ਹੋ ਜਾਂਦੀ ਅਤੇ ਜਿਵੇਂ ਹੀ ਉਹ ਅੰਦਰ ਦਾਖਲ ਹੁੰਦਾ ਉਸ ਦੇ ਬੁੱਲ੍ਹ ਹਿੱਲਣ ਲੱਗਦੇ। ਲਾਜ਼ਮੀ ਸੀ ਕਿ ਮਾਰ ਕੁੱਟ ਸ਼ੁਰੂ ਹੋ ਜਾਂਦੀ। ਮੈਨੂੰ ਅਹਿਸਾਸ ਹੋਇਆ ਕਿ ਦੱਬੇ ਹੋਏ ਲੋਕ ਦੂਸਰਿਆਂ ਨੂੰ ਦਬਾਉਣ ਨਾਲ ਤਾਕਤ ਹਾਸਲ ਕਰਦੇ ਹਨ। ਇਸ ਨਾਲ ਉਹਨਾਂ ਨੂੰ ਆਪਣੀ ਕੈਦ ਨੂੰ ਮਨਜ਼ੂਰ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਫਸਿਆ ਹੋਇਆਂ ਲਈ ਇਹ ਸੌਖਾ ਰੁਜ਼ਗਾਰ ਸੀ। ਬਚਾਅ ਦੇ ਲਈ ਮੈਂ ਆਪਣੇ ਅੰਦਰ ਹੋਰ ਦੁਬਕ ਗਈ। ਮਾਰ ਕੁੱਟ ਤੇ ਉਤਾਰੂ ਹੋਣ ਦੇ ਲਈ ਰੋਜ਼ਾਨਾ ਦੀਆਂ ਗਤੀਵਿਧੀਆਂ ਕਾਫੀ ਸਨ। ਹਾਲਾਂਕਿ ਛੋਟੀ ਤੋਂ ਛੋਟੀ ਭੁੱਲ ਤੋਂ ਬਚਣ ਲਈ ਹਰ ਸਾਵਧਾਨੀ ਵਰਤੀ ਜਾਂਦੀ ਸੀ। ਮੇਰੇ ਸ਼ੌਹਰ ਨੂੰ ਉਹ ਗੱਲਾਂ ਦੱਸੀਆਂ ਜਾਂਦੀਆਂ ਜਿਨ੍ਹਾਂ ਨਾਲ ਉਸ ਦਾ ਕੋਈ ਵਾਸਤਾ ਨਹੀਂ ਸੀ। ਹਰ ਸਿੱਧੀ ਸਾਦੀ ਗੱਲ ਦਾ ਤੋੜ ਮਰੋੜ ਕੇ ਮੁੱਦਾ ਬਣਾ ਦਿੱਤਾ ਜਾਂਦਾ। ਝੂਠ ਘੜਿਆ ਜਾਂਦਾ, ਬਦਮਾਸ਼ੀ ਅਤੇ ਸਾਜ਼ਿਸ਼ਾਂ ਜਾਰੀ ਰਹਿੰਦੀਆਂ। ਦੁੱਧ ਡਿੱਗ ਪੈਣ, ਉਸ ਦੇ ਕੱਪੜਿਆਂ 'ਤੇ ਮਾਮੂਲੀ ਦਾਗ, ਉਸ ਦੀ ਖਾਹਿਸ਼ ਦੀ ਕਿਸੇ ਚੀਜ਼ ਦਾ ਨਾ ਮਿਲਣਾ, ਜ਼ਿਆਦਾ ਪੱਕੀਆਂ ਸਬਜ਼ੀਆਂ ਜਾਂ ਘੱਟ ਗਲਿਆ ਗੋਸ਼ਤ, ਇਹੋ ਜਿਹੀਆਂ ਛੋਟੀਆਂ-ਮੋਟੀਆਂ ਚੀਜ਼ਾਂ ਜੁਰਮ ਸਨ। ਦਰਦ ਤੋਂ ਜ਼ਿਆਦਾ ਡਰ ਉਸ ਦੇ ਹੋਣ ਦੇ ਖੌਫ ਨਾਲ ਹੁੰਦਾ ਸੀ। ਤੂਫਾਨ ਸ਼ੁਰੂ ਹੁੰਦਾ ਤੇ ਵੱਧਦਾ ਜਾਂਦਾ। ਛਿਟੀਆਂ ਦੇ ਬੰਡਲ, ਖੱਜੀ ਜਾਂ ਬਦਾਮ ਦੀਆਂ ਗਿੱਲੀਆਂ ਛਿਟੀਆਂ ਅੰਦਰ ਲਿਆਈਆਂ ਜਾਂਦੀਆਂ। ਜਿਵੇਂ ਹੀ ਬੰਡਲ ਦੀ ਉੱਪਰਲੀ ਹਿੱਸੀ ਨੂੰ ਖੋਲ੍ਹਿਆ ਜਾਂਦਾ, ਮੁਲਜ਼ਮ ਹਫਦਾ ਅਤੇ ਸਾਹ ਨਿਕਲਣ ਦੀ ਕੋਸ਼ਿਸ਼ ਕਰਦਾ ਹੋਇਆ ਖੌਫ ਨਾਲ ਭਰ ਜਾਂਦਾ, ਜਾਂ ਉਸ ਨੂੰ ਪਾਗਲਪਨ ਦੇ ਦੌਰੇ ਪੈ ਜਾਂਦੇ। ਹਰ ਕੋਈ ਸਹਿਮਿਆ ਰਹਿੰਦਾ। ਕਿਸੇ ਨੂੰ ਨਹੀਂ ਸੀ ਪਤਾ ਕਿ ਘਟਨਾਵਾਂ ਨੇ ਕੀ ਮੋੜ ਲੈ ਲੈਣਾ ਹੈ। ਹਾਲਾਂਕਿ ਅਵਾਰਾ ਔਰਤਾਂ ਹਰ ਪਾਸੇ ਸਨ ਅਤੇ ਦੇਸ਼ ਸੰਬੰਧ ਆਮ ਸਨ। ਇਹਨਾਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਸੀ ਕੀਤਾ ਜਾਂਦਾ। ਬਹੁਤ ਸਾਰੀਆਂ ਸ਼ਾਮਾਂ ਦੀ ਸ਼ੁਰੂਆਤ ਕਿਸੇ ਛੋਟੀ-ਮੋਟੀ ਗਲਤੀ ਦੀ ਰਿਪੋਰਟ ਤੋਂ ਹੁੰਦੀ ਅਤੇ ਉਸ ਦੀ ਇੰਤਹਾ ਹੁੰਦੀ ਨੈਤਿਕਤਾ ਹਦਾਇਤਾਂ ਦੇ ਨਾਲ। ਪੀਰ ਸਾਈਂ ਦੀਆਂ ਅੱਖਾਂ ਅਜੀਬ ਜਿਹੀਆਂ ਰੌਸ਼ਨੀ ਨਾਲ ਫਰਕਣ ਲੱਗਦੀਆਂ ਅਤੇ ਬਾਹਰ ਨਿਕਲ ਆਉਂਦੀਆਂ। ਇਸ ਤੋਂ ਪਹਿਲਾਂ ਕਿ ਮੈਂ ਪੁੱਠਾ ਟੰਗ ਦੇਵਾਂ ਤੇ ਤੇਰੀ ਖਾਲ ਖਿੱਚ ਲਵਾਂ, ਮੈਨੂੰ ਸਭ ਕੁਝ ਦੱਸ ਦੇ। ਉਹ ਇੱਕ ਔਰਤ ਨੂੰ ਧਮਕਾਉਂਦਾ ਅਤੇ ਦੂਸਰੀ ਦਾ ਹੁਲੀਆ ਵਿਗਾੜ ਦਿੰਦਾ। ਛਿਟੀ ਦੀ ਮਾਰ ਉਹਨਾਂ ਤੋਂ ਸਭ ਕੁਝ ਉਗਲਵਾ ਦਿੰਦੀ ਜੋ ਉਹ ਜਾਣਦੀਆਂ ਸਨ ਜਾਂ ਕਰਦੀਆਂ ਸਨ। ਉਸ ਮੋਟੀ ਮੋਤੀ ਦਾ ਚੱਕਰ ਉਸਦੇ ਸ਼ੌਹਰ ਦੇ ਭਤੀਜੇ ਨਾਲ ਚੱਲ ਰਿਹਾ ਹੈ ਸਾਈਂ। ਜਦ ਸ਼ੌਹਰ ਨੂੰ ਪਤਾ ਲੱਗਾ ਤਾਂ ਉਸਨੇ ਉਸ ਨੂੰ ਕੁੱਟਿਆ। ਛਿਟੀ ਦੀ ਮਾਰ ਨਾਲ ਉੱਪਰ ਹੇਠਾਂ ਉਛਲਦੀ। ਪੀਰ ਸਾਈਂ ਦੀ ਤਰਫਦਾਰੀ ਹਾਸਲ ਕਰਨ ਲਈ ਬੇਤਾਬ ਅਤੇ ਉਸਦੇ ਗੁੱਸੇ ਨੂੰ ਮੋਤੀ ਵੱਲ ਮੋੜਦੀ। ਪਰੇਸ਼ਾਨ ਔਰਤ ਕਹਿੰਦੀ, ਮੈਂ ਖੁਦ ਘੱਟ ਪਰੇਸ਼ਾਨ ਨਹੀਂ ਸੀ। ਉਹ ਉਸ ਦੇ ਨਾਲ ਭੱਜ ਜਾਣ ਦੇ ਮਨਸੂਬੇ ਬਣਾ ਰਹੀ ਸੀ। ਅੱਲਾ ਅਤੇ ਉਸਦੇ ਪੈਗੰਬਰ ਦੀ ਕਸਮ, ਮੇਰਾ ਇਸ ਨਾਲ ਕੋਈ ਵਾਸਤਾ ਨਹੀਂ। ਇੱਕ ਹੋਰ ਜ਼ੋਰਦਾਰ ਛਿਟੀ ਪੈਂਦੀ ਤਾਂ ਕਹਿੰਦੀ, ਮੈਂ ਜਾਣਦੀ ਹਾਂ ਸਾਈਂ, ਉਸ ਵਿੱਚ ਵਿਚੋਲੀ ਕੌਣ ਹੈ। ਇਹ ਜਾਣਨ ਲਈ ਮੈਨੂੰ ਮਾਫ਼ ਕਰ ਦੇਵੋ ਸਾਈਂ। ਤਦ ਉਸ ਨੂੰ ਬੁਲਾਇਆ ਜਾਂਦਾ ਜਿਸ ਨੇ ਵਿਚੋਲਗਰੀ ਕੀਤੀ ਸੀ। ਪੱਤੇ ਵਾਂਗ ਕੰਬਦਾ ਹੋਇਆ ਦੋਸ਼ੀ ਇੱਕਦਮ ਗਵਾਹ ਬਣ ਜਾਂਦਾ। ਮੈਂ ਇਕੱਲੀ ਨਹੀਂ ਹਾਂ ਸਾਈਂ। ਤੰਦੂਰ 'ਤੇ ਕੰਮ ਕਰਨ ਵਾਲੀ ਉਹ ਪਤਲੀ ਜਿਹੀ ਸੁੱਖੀ
ਤੁਹਾਡੀ ਖਿਦਮਤ ਵਿੱਚ ਲੱਗੇ ਹਰ ਮਰਦ ਦੇ ਨਾਲ ਸੌਣ ਲਈ ਮੋਤੀ ਦੀ ਮਦਦ ਕਰਦੀ ਹੈ। ਦੋਵੇਂ ਕੁੜੀਆਂ ਨੂੰ ਖਿੱਚ ਕੇ ਅੰਦਰ ਲਿਆਂਦਾ ਜਾਵੇਗਾ ਅਤੇ ਰਹਿਮ ਦੀ ਭੀਖ ਮੰਗਦੇ ਮੰਗਦੇ ਦਰਦ ਤੋਂ ਮੁਕਤੀ ਪਾਉਣ ਦੇ ਲਈ ਮੌਤ ਦੀ ਦੁਆ ਮੰਗਦੀਆਂ ਹੋਈਆਂ ਖਤਮ ਹੋ ਜਾਣਗੀਆਂ। ਅੰਮਾ ਸਾਈਂ ਨੇ ਮੈਨੂੰ ਦੱਸਿਆ ਸੀ, ਬੇਵਕੂਫੀ ਭਰੀ ਕੁੱਟਮਾਰ ਨਾਲ ਇਹ ਔਰਤਾਂ ਢੀਠ, ਨਿਡਰ ਅਤੇ ਜਿੱਦੀ ਹੋ ਜਾਂਦੀਆਂ ਹਨ। ਮੇਰੇ ਬੇਟੇ ਦਾ ਕੰਮ ਇਹਨਾਂ ਨੂੰ ਸੁਧਾਰਨਾ ਹੈ। ਉਹ ਸੁਧਾਰ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭਣ ਵਿੱਚ ਮਾਹਰ ਸੀ। ਹਾਲਾਂਕਿ ਮੈਂ ਸਮਝ ਚੁੱਕੀ ਸੀ ਕਿ ਦੁਨੀਆ ਵਿੱਚ ਕਿਸੇ ਵੀ ਤਰੀਕੇ ਨਾਲ ਉਸ ਦੇ ਗੁੱਸੇ ਤੋਂ ਨਹੀਂ ਬਚਿਆ ਜਾ ਸਕਦਾ। ਮੈਂ ਆਪਣੇ ਨਾਲ ਹੋਰ ਜ਼ਿਆਦਾ ਸਮਝੌਤਾ ਕੀਤਾ। ਹਰ ਕੋਈ ਇਹ ਆਸ ਲਈ ਬੈਠਾ ਸੀ, ਸ਼ਾਇਦ ਉਹ ਦੋਸ਼ੀ ਤੇ ਤਰਸ ਕਰੇਗਾ। ਇੰਜ ਕਦੇ ਨਹੀਂ ਸੀ ਹੁੰਦਾ। ਜਦ ਮੈਂ ਗਰਭਵਤੀ ਹੋ ਗਈ ਤਦ ਵੀ ਮੇਰੇ ਲਈ ਕੁਝ ਨਹੀਂ ਸੀ ਬਦਲਿਆ। ਸਿਰਫ ਇਸ ਗੱਲ ਦੇ ਕਿ ਮੇਰਾ ਬੋਝ ਹੋਰ ਵਧਣ ਲੱਗਾ ਸੀ ਅਤੇ ਮਾਰਕੁੱਟ ਤੋਂ ਜ਼ਿਆਦਾ ਡਰ ਲੱਗਣ ਲੱਗਾ ਸੀ ਅਤੇ ਮੇਰਾ ਕੰਮ ਜ਼ਿਆਦਾ ਅਸਹਿਣਯੋਗ ਬਣ ਗਿਆ। ਮੇਰੇ ਚਾਰੇ ਪਾਸੇ ਹਰ ਮੂੰਹ ਵਿੱਚੋਂ ਸਿਰਫ ਇਹੀ ਦੁਆ ਨਿਕਲਦੀ, ਜਦ ਮੈਨੂੰ ਬਹੁਤ ਸਾਰੀ ਦੁਆਵਾਂ ਦੀ ਲੋੜ ਸੀ। ਅੱਲਾ ਮਾਲਕ ਨੂੰ ਇੱਕ ਬੇਟਾ ਦੇਵੇ ਤੇ ਉਸ ਤੋਂ ਬਾਅਦ 6 ਹੋਰ। ਹਰ ਰੋਜ਼ ਜਦ ਮੈਂ ਲੰਘਦੀ ਉਹ ਇਹੋ ਲਫ਼ਜ਼ ਕਹਿੰਦੇ। ਇੱਕ ਦਿਨ ਜਦ ਮੇਰੇ ਦਿਲ ਵਿੱਚ ਗਮ ਅਤੇ ਮਨ ਤੇ ਪਾਗਲਪਨ ਤਾਰੀ ਸੀ, ਉਸੇ ਵੇਲੇ ਰਸੋਈ ਵਿੱਚੋਂ ਇੱਕ ਚਹਿਕਦੀ ਲੜਕੀ ਆ ਵੜੀ, ਜਿਸ ਨੂੰ ਮੈਂ ਪਹਿਲਾਂ ਕਦੀ ਨਹੀਂ ਸੀ ਵੇਖਿਆ। ਉਸਨੇ ਗੰਦੀਆਂ ਪਲੇਟਾਂ ਇਕੱਠੀਆਂ ਕੀਤੀਆਂ, ਮੇਰੇ ਵੱਲ ਵੇਖਿਆ ਤੇ ਅਚਾਨਕ ਹੱਸ ਪਈ। ਪਰ ਇਹ ਹਾਸਾ ਨਹੀਂ ਸੀ। ਉਸਨੇ ਅੱਖ ਮਾਰੀ, ਜਿਵੇਂ ਉਹ ਕਹਿਣਾ ਚਾਹੁੰਦੀ ਹੋਵੇ, ਤੇਰੀ ਪਲਕ ਝਪਕਣ ਤੋਂ ਪਹਿਲਾਂ ਮੈਂ ਕੰਮ ਖਤਮ ਕਰ ਲਵਾਂਗੀ। ਅਤੇ ਉਸ ਨੂੰ ਇਹ ਕਹਿੰਦੇ ਮੇਰੇ ਤੋਂ ਸਿਵਾਏ ਕਿਸੇ ਨੇ ਨਹੀਂ ਸੁਣਿਆ। ਉਹ ਉਸ ਨੂੰ ਕਾਲੀ ਕਹਿੰਦੇ ਸਨ ਕਿਉਂਕਿ ਉਸ ਦੀ ਚਮੜੀ ਕਾਲੀ ਸੀ। ਅੰਮਾ ਸਾਈ ਨੇ ਜਦ ਉਸ ਨੂੰ ਰਸੋਈਏ ਦਾ ਸਹਾਇਕ ਬਣਾਇਆ, ਉਸ ਨੇ ਆਪਣੇ ਆਪ ਨੂੰ ਹਰ ਕੰਮ ਕਰਨ ਦੇ ਲਾਇਕ ਸਾਬਤ ਕੀਤਾ ਅਤੇ ਜਲਦੀ ਹੀ ਹਰ ਕੰਮ ਵਿੱਚ ਉਸ ਦੀ ਲੋੜ ਮਹਿਸੂਸ ਹੋਣ ਲੱਗੀ। ਹਾਲਾਂਕਿ ਦੇਖਭਾਲ ਕਰਨ ਦੇ ਆਪਣੇ ਕੰਮ ਨਾਲ ਮੈਨੂੰ ਨਫ਼ਰਤ ਸੀ। ਮੈਂ ਵੇਖਿਆ ਕਿ ਉਸ ਦੇ ਨਾਲ ਰਲਣ ਲਈ ਮੈਨੂੰ ਦੌੜਨਾ ਪੈਂਦਾ ਸੀ। ਮੈਂ ਹੁਣ ਮਾਂ ਦੇ ਲਈ ਵੀ ਬੇਚੈਨ ਸੀ। ਜਦ ਕਦੀ ਅਸੀਂ ਇਕੱਠੀਆਂ ਹੁੰਦੀਆਂ, ਬਿਜਲੀ ਦੀਆਂ ਚਿੰਗਾੜੀਆਂ ਫੁੱਟ ਨਿਕਲਦੀਆਂ, ਕਾਲੀ ਦੀਆਂ ਹਿਰਨ ਜਿਹੀਆਂ ਅੱਖਾਂ ਨੱਚਣ ਲੱਗਦੀਆਂ, ਮੁਸਕਰਾਹਟ ਦੀ ਜਗ੍ਹਾ ਆਤਿਸ਼ਬਾਜ਼ੀ ਛੁੱਟਦੀ, ਉਸ ਦੀਆਂ ਗੱਲਾਂ 'ਤੇ ਵਾਲ ਪਏ ਰਹਿੰਦੇ ਅਤੇ ਉਸ ਦੀ ਪਿੱਠ 'ਤੇ ਸੱਪ ਵਰਗੀ ਗੁੱਤ ਇੱਧਰ ਉੱਧਰ ਝੂਲਦੀ ਰਹਿੰਦੀ। ਕਾਲੀ ਫੁਰਤੀ ਨਾਲ ਕੰਮ ਕਰਦੀ। ਉਸ ਦੇ ਕੰਮ ਵਿੱਚ ਕੋਈ ਹੁਸ਼ਿਆਰੀ ਨਹੀਂ ਸੀ। ਉਸ ਦੀ ਪ੍ਰਤੀਕਿਰਿਆ ਹਰ ਪਾਬੰਦੀ ਤੋਂ ਆਜ਼ਾਦ ਸੀ। ਅੰਮਾ ਸਾਈਂ ਜਦ ਉਸ ਨੂੰ ਕਿਸੇ ਹੋਰ ਕੰਮ 'ਤੇ ਲਾ ਦਿੰਦੀ, ਮੈਨੂੰ ਬੁੱਢੀ ਮਾਈ ਨਾਲ ਨਫ਼ਰਤ ਹੋਣ ਲੱਗਦੀ। ਲੇਕਿਨ ਜਦ ਮੈਂ ਕਿਤੇ ਦੂਰੋਂ ਕਾਲੀ ਦੇ ਹਾਸੇ ਦੀ ਆਵਾਜ਼ ਸੁਣਦੀ, ਉਸ ਦੇ ਗਲੇ ਵਿੱਚੋਂ ਨਿਕਲਣ ਵਾਲੀਆਂ ਟੱਲੀਆਂ ਦੇ ਵੱਜਣ ਦੀ ਆਵਾਜ਼ ਕੁਝ ਪਲ ਦੇ ਲਈ ਮੇਰੀ ਅੰਦਰਲੀ ਹਾਹਾਕਾਰ ਨੂੰ ਡੁਬੋ ਦਿੰਦੀ। ਫਿਰ ਕੰਮ ਵੀ ਖੇਡ ਲੱਗਣ ਲੱਗਦਾ। ਕਾਲੀ ਇਸ ਨੂੰ ਮਿੱਠੀ ਤਾਨ ਵਾਲੇ ਸਾਜ਼ ਵਜਾਉਣ ਵਾਂਗ ਕਰਦੀ। ਉਹ ਗਰੀਬ ਹੋ ਕੇ ਵੀ ਮਾਲਦਾਰ ਸੀ। ਮੈਂ ਅਮੀਰ ਹੋ ਕੇ ਵੀ ਗਰੀਬ ਸੀ। ਕਾਲੀ ਉਹ ਸੀ ਜੋ ਮੈਂ ਹੋਣਾ ਚਾਹੁੰਦੀ ਸੀ। ਸਾਨੂੰ ਇਹ ਅਹਿਸਾਸ ਸੀ ਕਿ ਜਿਨ੍ਹਾਂ ਸਾਰੀਆਂ ਚੀਜ਼ਾਂ ਦੇ ਬਾਰੇ ਅਸੀਂ ਸੋਚਦੇ ਹਾਂ, ਇਹ ਸਾਡੀਆਂ ਅੱਖਾਂ ਵਿੱਚ ਝਲਕਣ ਲੱਗਦੀਆਂ ਹਨ। ਇਸੇ ਲਈ ਕਾਲੀ ਅਤੇ ਮੈਂ ਚੀਲ ਦੀਆਂ ਅੱਖਾਂ ਦੇ ਹੇਠਾਂ ਵੀ ਅੱਖਾਂ ਨਾਲ ਗੱਲਾਂ ਕਰਨ ਲੱਗੀਆਂ। ਜਦ ਮੈਂ ਕਾਲੀ ਵੱਲ ਇਹ ਪੁੱਛਣ ਨੂੰ ਵੇਖਦੀ, ਤੂੰ ਮੇਰੇ ਕੋਲ ਰਹੇਂਗੀ? ਜਵਾਬ ਵਿੱਚ ਉਹ ਭਰਭੱਟੇ ਨਚਾਉਂਦੀ, ਇਸ ਤੋਂ ਵਧੀਆ ਕੰਮ ਹੋਰ ਕੀ ਹੋ ਸਕਦਾ ਹੈ। ਮੈਂ ਹੱਸ ਪਈ। ਉਹ ਸਭ ਜਾਣਦਾ ਹੈ ਅਤੇ ਉਸ ਦਾ ਖਿਆਲ ਆਉਂਦੇ ਹੀ ਮੈਂ ਘਬਰਾ ਗਈ। ਉਸ ਨੇ ਮੈਨੂੰ ਤਸੱਲੀ ਦਿੱਤੀ, ਕੋਈ ਆਦਮੀ ਤੇਰੇ ਦਿਲ ਵਿੱਚ ਦਾਖਲ ਨਹੀਂ ਹੋ ਸਕਦਾ, ਤੇਰੀਆਂ ਅੱਖਾਂ ਵਿੱਚ ਨਹੀਂ ਵੜ ਸਕਦਾ। ਤੇ ਮੈਂ ਸੁੱਖ ਦਾ ਸਾਹ ਲਿਆ। ਕਦੀ ਕਦੀ ਕਾਲੀ ਮੇਰੇ ਸ਼ਾਨਦਾਰ ਕੱਪੜਿਆਂ ਨੂੰ ਇਸ ਤਰ੍ਹਾਂ ਵੇਖਦੀ ਕਿ ਮੇਰਾ ਜੀਅ ਕਰਦਾ ਕਿ ਮੈਂ ਉਸ ਨੂੰ ਉਸੇ ਵਕਤ ਦੇ ਦੇਵਾਂ, ਪਰ ਉਸ ਨੇ ਇਸ ਖਿਆਲ ਨਾਲ ਕਿ ਕਿਤੇ ਮੈਂ ਇਸ ਕੰਮ ਨੂੰ ਮੁਮਕਿਨ ਨਾ ਕਰ ਦੇਵਾਂ, ਆਪਣੀਆਂ ਬਾਹਾਂ ਖਿਲਾਰ ਕੇ ਉਹ ਉਹਨਾਂ ਨੂੰ ਪੱਖਿਆਂ ਦੀ ਤਰ੍ਹਾਂ ਉੱਪਰ ਹੇਠਾਂ ਹਿਲਾ ਕੇ ਰੋਕ ਦਿੱਤਾ, ਜਿਵੇਂ ਉਹ ਕਹਿਣਾ ਚਾਹੁੰਦੀ ਸੀ, ਤੂੰ ਤਾਂ ਮੋਰ ਏ ਅਤੇ ਮੈਂ ਮਹਿਜ ਪੂਰੀ ਜਿਹੀ ਮੋਰਨੀ। ਅਸੀਂ ਕੰਮਕਾਰ ਦੀ ਭਾਸ਼ਾ ਵਿੱਚ ਇੰਨੀ ਮੁਹਾਰਤ ਹਾਸਲ ਕਰ ਲਈ ਸੀ ਕਿ ਕੜਾਹੀ ਵਿੱਚ ਜਦ ਮੈਂ ਕਾਲੀ ਨਾਲ ਕੜਛੀ ਫੇਰਦਿਆਂ ਖੜ੍ਹਾ ਕਰਦੀ, ਮੈਨੂੰ ਯਕੀਨ ਸੀ ਕਿ ਉਹ ਸਮਝ ਜਾਂਦੀ ਕਿ ਮੈਂ ਕੀ ਕਹਿਣਾ ਚਾਹੁੰਦੀ ਸੀ। ਚੀਲ ਨੂੰ ਕੁਝ ਨਹੀਂ ਸੀ ਸਮਝ ਆਉਂਦਾ। ਹਰ ਵਾਰ ਜਦ ਕਾਲੀ ਕਿਸੇ ਦੂਜੇ ਕੰਮ ਲਈ ਚਲੀ ਜਾਂਦੀ, ਮੈਂ ਉਸ ਦੇ ਮੁੜਨ ਦੀ ਉਡੀਕ ਕਰਦੀ ਤੇ ਦੇਰ ਨਾਲ ਆਉਣ 'ਤੇ ਮੈਂ ਉਸ ਨੂੰ ਘੂਰੀਆਂ ਵੱਟਦੀ। ਜੇ ਉਸ ਦਾ ਮੂੰਹ ਠੀਕ ਨਾ ਹੁੰਦਾ ਤਾਂ ਉਹ ਆਪਣੇ ਸਿਰ 'ਤੇ ਪਲੇਟਾਂ ਦਾ ਢੇਰ ਰੱਖ ਲੈਂਦੀ ਅਤੇ ਮੇਰੀ ਪਰਵਾਹ ਕੀਤੇ ਬਗੈਰ ਬਾਹਰ ਚਲੀ ਜਾਂਦੀ। ਜਦ ਉਹ ਮੇਰੇ ਨਾਲ ਸੁਲ੍ਹਾ ਕਰਨ ਨੂੰ ਤਿਆਰ ਹੁੰਦੀ, ਮੈਂ ਰੁੱਸ ਜਾਂਦੀ ਅਤੇ ਜਦ ਤੱਕ ਗੁੱਸੇ ਰਹਿੰਦੀ, ਤਦ ਤੱਕ ਕਾਲੀ ਭਾਂਡਿਆਂ ਦੇ ਉੱਤੇ ਪਲੇਟਾਂ ਇਕੱਠੀਆਂ ਕਰਕੇ
ਉਹਨਾਂ ਨੂੰ ਜ਼ੋਰ ਨਾਲ ਲੱਤ ਮਾਰਦੀ। ਉਹ ਜ਼ਬਰਦਸਤ ਆਵਾਜ਼ ਕਰਕੇ ਡਿੱਗਦੀਆਂ ਹੋਈਆਂ ਪਲੇਟਾਂ ਨਾਲ ਮੇਰਾ ਧਿਆਨ ਖਿੱਚਦੀ। ਇਸ ਵਾਸਤੇ ਉਸ ਨੂੰ ਅੰਮਾ ਸਾਈਂ ਦੇ ਕਮਰੇ ਵਿੱਚ ਬੁਲਾ ਕੇ ਥੱਪੜ ਮਾਰੇ ਜਾਂਦੇ। ਉਹ ਮੇਰੇ ਕੋਲ ਵਾਪਸ ਆਉਂਦੀ ਅਤੇ ਨਾਰਾਜ਼ ਹੁੰਦੇ ਹੋਏ ਆਪਣੀ ਕੁੱਟ ਲਈ ਮੈਨੂੰ ਦੋਸ਼ ਦਿੰਦੀ। ਅਸੀਂ ਖੇਡਣ ਤੱਕ ਦਾ ਜੁਗਾੜ ਕਰ ਲੈਂਦੇ ਸਾਂ। ਇੱਕ ਵਾਰ ਉਹ ਨਲਕੇ ਤੋਂ ਪਾਣੀ ਭਰ ਰਹੀ ਸੀ ਕਿ ਮੈਂ ਉਧਰੋਂ ਲੰਘੀ। ਮੇਰੀਆਂ ਨਜ਼ਰਾਂ ਵਹਿੰਦੇ ਹੋਏ ਪਾਣੀ 'ਤੇ ਅਟਕ ਗਈਆਂ। ਉਹ ਸੋਚਣ ਲੱਗੀ ਕਿ ਇਸ ਪਿੰਡ ਵਿੱਚ ਕੋਈ ਦਰਿਆ ਨਹੀਂ ਹੈ, ਐਸੀ ਕੋਈ ਥਾਂ ਨਹੀਂ ਹੈ ਜਿੱਥੇ ਅਸੀਂ ਨਹਾਉਂਦੇ ਅਤੇ ਖੇਡ ਸਕਦੇ। ਜਵਾਬ ਵਿੱਚ ਕਾਲੀ ਨੇ ਪਾਣੀ ਨੌਕਰਾਨੀ ਦੇ ਸਿਰ 'ਤੇ ਉਲਟਾ ਦਿੱਤਾ। ਹੱਸ ਕੇ ਦੋਹਰੀ ਹੁੰਦੀ ਹੋਈ ਉਸਨੇ ਚੀਕਦੀ ਚਿਲਾਉਂਦੀ ਔਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਗਰਮੀ ਹੋ ਰਹੀ ਹੈ, ਮੰਨ ਲੈ ਤੂੰ ਦਰਿਆ ਵਿੱਚ ਨਹਾ ਰਹੀ ਹੈ। ਮੈਂ ਵੀ ਹੱਸ ਰਹੀ ਸੀ ਕਿ ਉਸ ਨੂੰ ਖਿੱਚ ਕੇ ਦੁਬਾਰਾ ਅੰਮਾ ਸਾਈਂ ਦੇ ਕਮਰੇ ਵਿੱਚ ਪਹੁੰਚਾ ਦਿੱਤਾ ਗਿਆ। ਉਸ ਦੁਪਹਿਰ ਨੂੰ ਪੀਰ ਸਾਈਂ ਨੇ ਉਸ ਦੀ ਖੂਬ ਮੁਰੰਮਤ ਕੀਤੀ। ਇਸ ਦੇ ਬਾਵਜੂਦ ਨਜ਼ਰਾਂ ਵਿੱਚ ਉਸਨੇ ਇਹ ਤਾਂ ਕਹਿ ਹੀ ਦਿੱਤਾ, ਤੇਰੇ ਕੋਲ ਦਰਿਆ ਪਹੁੰਚਾਉਣ ਦਾ ਬਸ ਇਹੋ ਇੱਕ ਤਰੀਕਾ ਹੈ ਸੀ। ਕਾਲੀ ਮੇਰੀ ਕੈਦ ਤੋਂ ਗਾਇਬ ਹੋ ਗਈ ਸੀ। ਇੱਕ ਹਫ਼ਤੇ ਬਾਅਦ ਮੈਂ ਸੁਣਿਆ ਕਿ ਉਸ ਦੀ ਇੱਕ ਮੁਰੀਦ ਨਾਲ ਸ਼ਾਦੀ ਕਰ ਦਿੱਤੀ ਗਈ, ਜਿਸ ਦਾ ਬਾਪ ਦਰਗਾਹ ਵਿੱਚ ਝਾੜੂ ਮਾਰਦਾ ਸੀ। ਖਬਰ ਇਹ ਸੀ ਕਿ ਉਸ ਦਾ ਸ਼ੌਹਰ ਹਿਜੜਾ ਸੀ। ਮੈਨੂੰ ਪਤਾ ਸੀ ਆਪਣੇ ਸ਼ੌਹਰ ਦੀ ਇਸ ਕਮਜ਼ੋਰੀ ਨਾਲ ਉਸ ਨੂੰ ਕੋਈ ਫਰਕ ਨਹੀਂ ਪਵੇਗਾ, ਲੇਕਿਨ ਜਦ ਔਰਤਾਂ ਨੇ ਕਿਹਾ ਇਲਾਕੇ ਦਾ ਕੋਈ ਵੀ ਮਰਦ ਹੁਣ ਉਸ ਕਾਲੀ ਕੁੱਤੀ ਦਾ ਸ਼ਿਕਾਰ ਬਣਨ ਤੋਂ ਬਚ ਨਹੀਂ ਸਕੇਗਾ, ਮੈਂ ਨਾਰਾਜ਼ ਹੋ ਗਈ ਸੀ। ਇਹ ਗੱਲ ਮੈਂ ਜਦ ਅੰਮਾ ਸਾਈਂ ਨੂੰ ਦੱਸੀ, ਉਹਨਾਂ ਨੇ ਝਿੜਕ ਕੇ ਦਿੱਤਾ, ਇਹ ਬਰਾਬਰੀ ਦਾ ਰਿਸ਼ਤਾ ਹੈ। ਉਹਨਾਂ ਤੋਂ ਤੂੰ ਇਹ ਆਸ ਨਹੀਂ ਕਰ ਸਕਦੀ ਕਿ ਉਹ ਕਾਲੀ ਦੀ ਇੱਜ਼ਤ ਕਰਨਗੀਆਂ। ਮੈਨੂੰ ਕਾਲੀ ਦੀ ਕਮੀ ਇੰਨੀ ਖੜਕਦੀ ਸੀ ਕਿ ਮੈਨੂੰ ਹਰ ਕਿਸੇ ਨਾਲ ਜ਼ਬਰਦਸਤ ਨਫ਼ਰਤ ਹੋ ਗਈ, ਖਾਸ ਤੌਰ 'ਤੇ ਚੀਨ ਨਾਲ, ਜੋ ਇਹ ਜਾਣਦੀ ਲੱਗਦੀ ਸੀ ਕਿ ਇਸ ਲਗਾਓ ਨਾਲ ਮੈਨੂੰ ਕਿੰਨਾ ਦਰਦ ਹੋਇਆ ਹੈ। ਇਹਨਾਂ ਗਿਰਜਾਂ ਤੋਂ ਮੈਂ ਆਪਣੇ ਸ਼ੌਹਰ ਦੇ ਹੋਣ ਦੇ ਬਾਵਜੂਦ ਬਚੀ ਰਹਿੰਦੀ ਸੀ। ਫਿਰ ਵੀ ਸ਼ੁਕਰ ਹੈ ਕਿ ਉਸ ਨੇ ਇਹਨਾਂ ਦੀ ਬਜਾਏ ਮੈਨੂੰ ਚੁਣਿਆ। ਮੇਰੀ ਜੱਦੋਜਹਿਦ ਨੌਕਰਾਨੀਆਂ ਨਾਲ ਸੀ। ਪੀਰ ਸਾਈਂ ਨਾਲ ਨੇੜ ਦੇ ਮਾਮਲੇ ਵਿੱਚ ਹੀ ਉਹ ਮੈਨੂੰ ਪਛਾੜ ਨਹੀਂ ਸਨ ਸਕਦੀਆਂ। ਉਸ ਦੀ ਬੀਵੀ ਹੋਣ ਦੀ ਵਜ੍ਹਾ ਨਾਲ ਹੀ ਮੈਂ ਪੂਰੀ ਤਰ੍ਹਾਂ ਨਾਲ ਤਬਾਹ ਹੋਣ ਤੋਂ ਬਚ ਗਈ ਸਾਂ। ਅੰਮਾ ਸਾਈਂ ਨੇ ਮੈਨੂੰ ਕਿਹਾ, ਜਦ ਕੋਈ ਬੀਵੀ ਆਪਣੇ ਸ਼ੌਹਰ ਦੇ ਬਿਸਤਰੇ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦੀ ਹੈ ਤਦ ਉਹ ਉਸ ਦਾ ਇਸਤੇਮਾਲ ਕਿਸੇ 'ਤੇ ਵੀ ਕਰ ਸਕਦੀ ਹੈ। ਇਹ ਇੱਕ ਹੁਨਰ ਹੈ। ਮਜ਼ਲੂਮ ਔਰਤਾਂ ਨੇ ਇਸ ਹੁਨਰ ਵਿੱਚ ਮੁਹਾਰਤ ਹਾਸਲ ਕੀਤੀ ਸੀ। ਅੰਮਾ ਸਾਈਂ ਨੇ ਵੀ ਇਹੋ ਕੀਤਾ ਸੀ। ਕਾਨਾਫੁਸੀ ਹੁੰਦੀ ਕਿ ਉਹਨਾਂ ਨੇ ਆਪਣੇ ਸ਼ੌਹਰ ਦੀਆਂ ਜ਼ਰੂਰਤਾਂ ਨੂੰ ਇੱਕ ਪੇਸ਼ੇਵਰ ਤਵਾਇਫ ਦੀ ਤਰ੍ਹਾਂ ਪੂਰਾ ਕੀਤਾ ਸੀ। ਰਾਤ ਦੇ ਹਨੇਰੇ ਵਿੱਚ ਉਹਨੂੰ ਜੋ ਕੁਝ ਹਾਸਲ ਹੁੰਦਾ, ਉਸ ਸਦਕਾ ਉਹ ਦਿਨੇ ਹੁਕਮਰਾਨ ਬਣ ਜਾਂਦੀ ਸੀ। ਇਹਨਾਂ ਅਫਵਾਹਾਂ ਦੀ ਸੱਚਾਈ ਨੂੰ ਅੰਮਾ ਸਾਈਂ ਨੇ ਮਨਜ਼ੂਰ ਕੀਤਾ ਸੀ। ਸਭ ਔਰਤਾਂ ਜਾਣਦੀਆਂ ਹਨ ਕਿ ਮਰਦ ਨੂੰ ਵਾਸ਼ਨਾ ਦੀ ਖਿੱਚ ਤੋਂ ਇਲਾਵਾ ਹੋਰ ਕੋਈ ਚੀਜ਼ ਬਣ ਨਹੀਂ ਸਕਦੀ। ਫਿਰ ਵੀ ਜ਼ਿਆਦਾ ਔਰਤਾਂ ਇਸ ਕੰਮ ਵਿੱਚ ਨਾਕਾਮਯਾਬ ਹੁੰਦੀਆਂ ਹਨ। ਪੀਰ ਸਾਈਂ ਦੀ ਡੂੰਘੀ ਖਾਮੋਸ਼ੀ ਤੋਂ ਮੈਨੂੰ ਸਾਫ਼ ਤੌਰ 'ਤੇ ਇਹ ਮਹਿਸੂਸ ਹੋਣ ਲੱਗਾ ਕਿ ਮੈਂ ਉਸ ਨੂੰ ਕਾਬੂ ਨਹੀਂ ਰੱਖ ਸਕਾਂਗੀ। ਮੈਂ ਇਹ ਕਹਿਣ ਦੀ ਹਿੰਮਤ ਕੀਤੀ, ਲੇਕਿਨ ਮੇਰਾ ਸ਼ੌਹਰ ਤਾਂ ਮੈਨੂੰ ਕੁਝ ਨਹੀਂ ਕਹਿੰਦਾ। ਅੰਮਾ ਸਾਈਂ ਨੇ ਸ਼ਿਕਾਇਤ ਨੂੰ ਇੱਕ ਪਾਸੇ ਕਰਕੇ ਕਿਹਾ, ਉਸ ਦੇ ਤੌਰ ਤਰੀਕੇ ਉਸ ਦੀ ਹੈਸੀਅਤ ਦੇ ਮੁਤਾਬਿਕ ਹਨ। ਉਹ ਆਮ ਆਦਮੀ ਨਹੀਂ, ਉਹ ਆਮ ਲੋਕਾਂ ਵਾਂਗ ਬਕ-ਬਕ ਨਹੀਂ ਕਰਦਾ। ਤੈਨੂੰ ਉਸ ਨੂੰ ਆਪਣੇ ਕੰਮ ਨਾਲ ਕਾਬੂ ਕਰਨਾ ਪਵੇਗਾ, ਕੋਰੀਆਂ ਗੱਲਾਂ ਨਾਲ ਨਹੀਂ। ਬਿਸਤਰੇ ਦਾ ਇਸਤੇਮਾਲ ਕਰਨਾ ਮੈਨੂੰ ਨਾਮੁਮਕਿਨ ਲੱਗਦਾ ਸੀ, ਜਿਸ 'ਤੇ ਮੇਰੀ ਔਕਾਤ ਸਿਫਰ ਦੇ ਬਰਾਬਰ ਸੀ, ਲੇਕਿਨ ਉੱਥੇ ਹੋਣ ਦਾ ਮਾਣ ਵੀ ਮੇਰੀ ਕਬਰ ਵਿੱਚ ਇੱਕ ਤੀੜ ਵਾਂਗ ਸੀ। ਅਤੇ ਕਾਲੀ ਦੇ ਚਲੇ ਜਾਣ ਤੋਂ ਬਾਅਦ ਮੈਂ ਇਸ ਦਾ ਇਸਤੇਮਾਲ ਬੇਤਾਬੀ ਨਾਲ ਉਹਨਾਂ ਦੇ ਖਿਲਾਫ ਕਰਨਾ ਚਾਹੁੰਦੀ ਸਾਂ ਜੋ ਉਸ 'ਤੇ ਹੱਸਿਆ ਕਰਦੇ ਸਨ। ਆਪਣਾ ਸਿਰ ਉੱਚਾ ਕਰਕੇ ਦੁਸ਼ਮਣਾਂ 'ਤੇ ਨਜ਼ਰ ਸੁੱਟਦੀ ਹੋਈ ਆਪਣੇ ਬੁੱਲ੍ਹਾਂ ਦੀ ਮੁਸਕਰਾਹਟ ਨੂੰ ਖਿੱਚਦੀ ਮੈਂ ਪੀਰ ਸਾਈਂ ਦੇ ਪਿੱਛੇ ਕਮਰੇ ਵਿੱਚ ਆਈ। ਲੇਕਿਨ ਜਿਵੇਂ ਹੀ ਦਰਵਾਜ਼ਾ ਬੰਦ ਹੁੰਦਾ, ਮੇਰਾ ਸਿਰ ਝੁਕ ਜਾਂਦਾ ਤੇ ਮੇਰੇ ਹੱਥ ਬੰਨ ਹੋ ਜਾਂਦੇ। ਜਦ ਉਹ ਮੇਰੇ ਵੱਲ ਅੱਗੇ ਵੱਧਦਾ ਤਾਂ ਮੈਂ ਜ਼ੋਰ ਨਾਲ ਆਪਣੀਆਂ ਅੱਖਾਂ ਮੀਟ ਲੈਂਦੀ ਤਾਂ ਕਿ ਮੈਂ ਇੱਕ ਹੋਰ ਖੂਨ ਖਰਾਬੇ ਨੂੰ ਵੇਖਣ ਤੋਂ ਬਚ ਸਕਾਂ। ਇੱਕ ਦੁਪਹਿਰ ਜਦ ਮੈਂ ਇਬਾਦਤ ਕਰ ਰਹੀ ਸਾਂ, ਮੈਂ ਕਾਲੀ ਸੁਣਿਆ ਅਤੇ ਸੁਣਨ ਲਈ ਮੈਂ ਇਬਾਦਤ ਰੋਕ ਲਈ। ਇੱਕ ਨੌਕਰਾਣੀ ਪੁੱਛ ਰਹੀ ਸੀ, ਤੇਰੇ ਨਾਲ ਕਿੰਨੀ ਵਾਰ ਹਮ ਬਿਸਤਰ ਹੁੰਦੀ ਹੈ ਕਾਲੀ? ਤੂੰ ਤਾਂ ਨਿਚੋੜਿਆ ਹੋਇਆ ਨਿੰਬੂ ਲੱਗਦੀ ਹੈ। ਇੱਕ ਦੂਸਰੀ ਨੇ ਕਾਲੀ ਦੇ ਆਉਣ ਨਾਲ ਪੈਦਾ ਹੋਏ ਹੋ ਹੱਲੇ ਤੋਂ ਵੀ ਜ਼ਿਆਦਾ ਜ਼ੋਰ ਦੀ ਚੀਕਦੇ ਹੋਏ ਕਿਹਾ, ਤੂੰ ਤਾਂ ਗਿੱਲੇ ਕੱਪੜੇ ਵਾਂਗ ਲੱਗਦੀ ਹੈ ਜਿਸ ਨੂੰ ਸੁਕਾਉਣ ਦੇ ਲਈ ਨਿਚੋੜਿਆ ਗਿਆ ਹੋਵੇ।
ਉਸ ਦੇ ਹਾਸੇ ਨਾਲ ਮੇਰਾ ਰੋਣ ਨੂੰ ਜੀ ਕਰਦਾ ਸੀ। ਮੈਂ ਜਾਣਦੀ ਸੀ ਕਿ ਉਹ ਸਿਰਫ ਮੇਰੇ ਲਈ ਆਈ ਹੈ। ਮੈਂ ਦਰਵਾਜ਼ੇ ਵੱਲ ਤੇਜ਼ੀ ਨਾਲ ਵਧੀ। ਜਿਵੇਂ ਹੀ ਉਹ ਜ਼ਿਆਦਾ ਕੋਲ ਆਈ, ਉਸ ਨੂੰ ਘੇਰੀ ਖੜੀਆਂ ਔਰਤਾਂ ਪਿੱਛੇ ਹੋ ਗਈਆਂ। ਕਾਲੀ ਦੀਆਂ ਅੱਖਾਂ ਮੇਰੀ ਤਰ੍ਹਾਂ ਬੇਜਾਨ ਸਨ। ਉਸ ਨੇ ਮੇਰੇ ਚਿਹਰੇ ਨੂੰ ਵੇਖਿਆ ਅਤੇ ਬੇਵੱਸ ਹੱਸ ਪਈ। ਉਹ ਹਾਸਾ ਜੋ ਪਹਿਲਾਂ ਕਿਸੇ ਛੋਟੀ-ਮੋਟੀ ਗੱਲ ਤੇ ਅਥਾਹ ਡੂੰਘਾਈਆਂ ਵਿੱਚੋਂ ਫੁੱਟ ਪੈਂਦਾ ਸੀ, ਉਸ ਦੀ ਜਗ੍ਹਾ ਇੱਕ ਇਸ ਤਰ੍ਹਾਂ ਦੇ ਅਹਿਸਾਸ ਨੇ ਲੈ ਲਈ ਜਿਸ ਤੋਂ ਮੈਂ ਵਾਕਫ ਸੀ। ਜੇ ਉਸ ਦਾ ਸ਼ੌਹਰ ਨਾਮਰਦ ਸੀ ਤਾਂ ਉਹ ਇੰਨੀ ਖੌਫਜ਼ਦਾ ਕਿਉਂ ਲੱਗ ਰਹੀ ਸੀ? ਉਸ ਦੀ ਖਾਮੋਸ਼ੀ ਇੰਨੀ ਜ਼ੋਰ ਨਾਲ ਚੀਕ ਰਹੀ ਸੀ ਕਿ ਉਸ ਨੇ ਮੇਰੀ ਜ਼ਿੰਦਗੀ ਦੇ ਸਾਰੇ ਖਾਲੀਪਨ ਨੂੰ ਭਰ ਦਿੱਤਾ। ਮੈਂ ਸੁੱਕੀ ਸੜੀ ਅਤੇ ਪਤਲੀ ਸੀ। ਉਸ ਦੇ ਵਾਲ ਖਿਲਰੇ ਹੋਏ ਸਨ। ਉਸ ਦੀ ਚਮੜੀ ਸੁੱਕੀ ਤੇ ਖੁਰਦਰੀ ਸੀ। ਉਹ ਲੰਗੜਾ ਰਹੀ ਸੀ। ਉਹ ਪੈਰ ਘਸੀਟ ਕੇ ਤੁਰਦੀ ਸੀ। ਉਹ ਝੁਕੀ ਜਾ ਰਹੀ ਸੀ ਜਿਵੇਂ ਉਸ ਨੂੰ ਜ਼ਮੀਨੀ ਤਾਕਤ ਖਿੱਚ ਰਹੀ ਹੋਵੇ। ਹਰ ਦਿਨ ਉਹ ਦੁਪਹਿਰ ਨੂੰ ਆਉਂਦੀ ਅਤੇ ਦਿਨ ਢਲੇ ਚਲੀ ਜਾਂਦੀ। ਹਰ ਰੋਜ਼ ਉਸ ਦੀਆਂ ਅੱਖਾਂ ਹੇਠਾਂ ਝੁਕਦੀਆਂ ਜਾਂਦੀਆਂ ਕਿ ਉਸ ਨੇ ਉਹਨਾਂ ਨੂੰ ਚੁੱਕਣਾ ਹੀ ਬੰਦ ਕਰ ਦਿੱਤਾ ਹੋਵੇ। ਨੌਕਰਾਣੀਆਂ ਉਸ ਦਾ ਮਜ਼ਾਕ ਉਡਾਉਣੋਂ ਬਾਜ਼ ਨਾ ਆਉਂਦੀਆਂ। ਕਾਲੀ ਤੇ ਉਸ ਦਾ ਕੋਈ ਅਸਰ ਨਾ ਹੁੰਦਾ। ਉਹ ਆਪਣੀਆਂ ਢਾਕਾਂ ਤੇ ਹੱਥ ਰੱਖੀ ਅਤੇ ਪੈਰਾਂ ਨੂੰ ਫੈਲਾਈ ਇਕੱਠੀਆਂ ਮਿਲ ਕੇ ਉਸ ਨੂੰ ਝਿੜਕਣਾਉਂਦੀਆਂ। ਤਾਂ ਤੇਰੇ ਬਿਸਤਰ ਵਿੱਚ ਕੌਣ ਹੈ ਅੱਜ ਕੱਲ੍ਹ? ਉਹਨਾਂ ਵਿੱਚੋਂ ਇੱਕ ਬੋਲ ਪਈ। ਅੱਲਾ ਦਾ ਸ਼ੁਕਰ ਹੈ ਕਿ ਮੇਰਾ ਮੀਆਂ ਤਾਂ ਅੱਜ ਕੱਲ੍ਹ ਜੇਲ੍ਹ ਵਿੱਚ ਹੈ। ਤੇ ਦੂਸਰੇ ਨੂੰ ਆਪਣੇ ਆਪਣੇ ਸ਼ੌਹਰਾਂ ਨੂੰ ਲੈ ਕੇ ਫਿਕਰ ਲੱਗਣ ਲੱਗ ਜਾਂਦਾ। ਮੈਨੂੰ ਲੱਗਾ ਕਿ ਉਸ ਦੀ ਸਮੱਸਿਆ ਤਾਂ ਸਭ ਨੂੰ ਪਤਾ ਹੈ, ਪਰ ਇਹ ਸਮੱਸਿਆ ਮੇਰੇ ਤੱਕ ਕਦੀ ਨਹੀਂ ਪਹੁੰਚੀ। ਮੈਂ ਹਰ ਜਗ੍ਹਾ ਹਰ ਗੱਲ ਨੂੰ ਸੁਣਨ ਦੀ ਕੋਸ਼ਿਸ਼ ਕੀਤੀ, ਲੇਕਿਨ ਕਾਲੀ ਦਾ ਭੇਤ ਮੇਰੇ ਤੱਕ ਜ਼ਾਹਰ ਨਹੀਂ ਹੋਇਆ। ਮੈਂ ਸਿਰਫ ਇੰਨਾ ਜਾਣਦੀ ਸਾਂ ਕਿ ਜਦ ਤੋਂ ਕਾਲੀ ਦਾ ਸਹੁਰਾ ਯਤੀਮ ਹੋਇਆ ਸੀ, ਦਰਗਾਹ ਦੀਆਂ ਕਬਰਾਂ ਦੀ ਸਫਾਈ ਕਰਦਾ ਆ ਰਿਹਾ ਸੀ। ਪੀਰ ਸਾਈਂ ਨਾਲ ਉਸ ਦਾ ਨੇੜ ਦਾ ਕਾਰਨ ਸਿਰਫ ਇਹੋ ਸੀ। ਮੈਂ ਬਹੁਤ ਕੋਸ਼ਿਸ਼ ਕਰਕੇ ਵੇਖ ਲਈ। ਕਾਲੀ ਨੇ ਮੇਰੇ ਅਣਕਹੇ ਸਵਾਲਾਂ ਦਾ ਜਵਾਬ ਨਹੀਂ ਸੀ ਦਿੱਤਾ। ਮੇਰੀਆਂ ਨਜ਼ਰਾਂ ਪੁੱਛਦੀਆਂ ਕਿ ਤੇਰੀ ਜ਼ਿੰਦਗੀ ਵਿੱਚ ਕੀ ਹੋਇਆ ਹੈ, ਉਹ ਕੋਈ ਜਵਾਬ ਨਾ ਦਿੰਦੀ। ਇੱਕ ਦਿਨ ਜਦ ਉਹ ਆਈ, ਉਸ ਦੀ ਇੱਕ ਅੱਖ ਕਾਲੀ ਹੋਈ ਸੀ। ਦੂਸਰੇ ਦਿਨ ਉਸ ਦੀਆਂ ਦੋਵੇਂ ਅੱਖਾਂ ਇਹੋ ਜਿਹੀਆਂ ਸਨ। ਪੂਰਾ ਦਿਨ ਮੈਂ ਜਸੂਸਾਂ ਤੋਂ ਬਚਦੀ ਅਤੇ ਇਸ਼ਾਰਿਆਂ ਨਾਲ ਪੁੱਛਦੀ ਰਹੀ, ਇਹ ਕਿਸ ਨੇ ਕੀਤਾ? ਹਰ ਵਾਰ ਉਹ ਆਪਣਾ ਸਿਰ ਮੋੜ ਲੈਂਦੀ, ਇਸ ਉਮੀਦ ਵਿੱਚ ਕਿ ਉਹ ਕੁਝ ਬੋਲੇ। ਚੀਲ ਦੀਆਂ ਨਜ਼ਰਾਂ ਦੇ ਸਾਹਮਣੇ ਮੈਂ ਉਸ ਨੂੰ ਹਿੰਮਤ ਨਾਲ ਵੇਖਿਆ, ਲੇਕਿਨ ਕਾਲੀ ਨੇ ਆਪਣਾ ਚਿਹਰਾ ਗੰਦੇ ਜਿਹੇ ਕੱਪੜੇ ਨਾਲ ਢੱਕ ਲਿਆ ਅਤੇ ਚਲੀ ਗਈ। ਮੈਂ ਆਪਣੀ ਰੂਹ ਨੂੰ ਉਸ ਦੇ ਅੰਦਰ ਵਸਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਹੁਣ ਕਾਲੀ ਦੀ ਰੂਹ ਵੀ ਮੇਰੀ ਤਰ੍ਹਾਂ ਮੁਰਝਾ ਰਹੀ ਸੀ। ਇੱਕ ਦਿਨ ਦੁਪਹਿਰ ਨੂੰ ਚੀਲ ਤੇ ਉਹਨਾਂ ਦੀਆਂ ਸਾਰੀਆਂ ਜੜ੍ਹਾਂ ਦੀ ਫਿਕਰ ਨਾ ਕਰਦੇ ਹੋਏ ਮੈਂ ਕਾਲੀ ਦੇ ਕੋਲ ਪਹੁੰਚੀ, ਜੋ ਰੁੱਖ ਦੇ ਹੇਠਾਂ ਪੱਥਰਾਂ ਮਾਰੀ ਬੈਠੀ ਸੀ। ਪਹਿਲੀ ਵਾਰ ਮੈਂ ਆਪਣੀ ਆਵਾਜ਼ ਵਿੱਚ ਉਸ ਨੂੰ ਬੋਲੀ, ਮੈਨੂੰ ਆਪਣਾ ਮਸਲਾ ਦੱਸ। ਮੈਂ ਪੀਰ ਸਾਈਂ ਨੂੰ ਤੇਰੀ ਮਦਦ ਕਰਨ ਲਈ ਕਹਾਂਗੀ। ਉਸ ਦਾ ਨਾਂ ਸੁਣਦੇ ਹੀ ਕਾਲੀ ਬਰਫ਼ ਵਾਂਗ ਜੰਮ ਗਈ ਤੇ ਮੈਂ ਵੀ। ਲੋਕਾਂ ਦੀ ਨਜ਼ਰਾਂ ਸਾਨੂੰ ਸਾੜ ਰਹੀਆਂ ਸਨ। ਚੀਲ ਸ਼ੱਕ ਨਾਲ ਘੂਰ ਰਹੀ ਸੀ। ਕਾਲੀ ਉੱਠ ਕੇ ਚਲੀ ਗਈ। ਆਪਣੇ ਗੁਆਚੇ ਵਿਚਾਰਾਂ ਵਿੱਚੋਂ ਨਿਕਲ ਕੇ ਮੈਂ ਦੂਸਰੇ ਪਾਸੇ ਚਲੀ ਗਈ। ਇਸ ਦੇ ਬਾਅਦ ਤਾਂ ਔਰਤਾਂ ਨੇ ਕਾਲੀ ਦੀ ਜ਼ਿੰਦਗੀ ਨੂੰ ਹਰਾਮ ਹੀ ਕਰ ਦਿੱਤਾ। ਉਹਨਾਂ ਦੀਆਂ ਫਬਤੀਆਂ ਜ਼ਿਆਦਾ ਕੌੜੀਆਂ ਅਤੇ ਇਲਜ਼ਾਮ ਜ਼ਿਆਦਾ ਗੰਭੀਰ ਹੋ ਗਏ। ਉਹਨਾਂ ਨੇ ਉਸ ਨੂੰ ਕਾਲੀ ਕੁੱਤੀ ਦੇ ਨਾਂ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ। ਮੈਂ ਸੋਚ ਰਹੀ ਸੀ ਕਿ ਕੀ ਅੰਮਾ ਸਾਈਂ ਨੂੰ ਪਤਾ ਹੈ ਕਿ ਮੈਂ ਕਾਲੀ ਨਾਲ ਗੱਲ ਕੀਤੀ ਹੈ? ਕੀ ਚੀਲ ਪੀਰ ਸਾਈਂ ਨੂੰ ਦੱਸ ਦੇਵੇਗੀ? ਅੰਮਾ ਸਾਈਂ ਮੈਨੂੰ ਪਹਿਲਾਂ ਹੀ ਖਬਰਦਾਰ ਕਰ ਚੁੱਕੀ ਸੀ, ਉਸ ਕਮੀਨੀ ਕੁੜੀ ਨਾਲ ਤੇਰਾ ਕੋਈ ਵਾਸਤਾ ਨਹੀਂ ਹੋਣਾ ਚਾਹੀਦਾ। ਤੇਰਾ ਸ਼ੌਹਰ ਇਸ ਨੂੰ ਹੋਊ ਪਰੇ ਨਹੀਂ ਕਰੇਗਾ। ਲੇਕਿਨ ਉਸ ਦਿਨ ਕੁਝ ਵੀ ਨਹੀਂ ਹੋਇਆ। ਇਸ ਲਈ ਦੂਜੇ ਦਿਨ ਜਦ ਕਾਲੀ ਦੀ ਨਜ਼ਰਾਂ ਅਸਮਾਨ ਤੋਂ ਪਾਰ ਕਿਤੇ ਟਿਕੀਆਂ ਹੋਈਆਂ ਸਨ, ਮੈਂ ਫਿਰ ਉੱਧਰ ਖਿੱਚੀ ਗਈ ਅਤੇ ਵਾਅਦਾ ਕੀਤਾ, ਮੈਂ ਆਪਣੇ ਸ਼ੌਹਰ ਨੂੰ ਕੁਝ ਨਹੀਂ ਦੱਸਾਂਗੀ। ਮਿਹਰਬਾਨੀ ਕਰਕੇ ਮੈਨੂੰ ਜਲਦੀ ਨਾਲ ਆਪਣਾ ਸਾਰਾ ਮਸਲਾ ਦੱਸ ਦੇ। ਉਸ ਦੇ ਥੋੜ੍ਹੇ ਜਿਹੇ ਲਫ਼ਜ਼ਾਂ ਨੇ ਮੇਰੇ ਸੀਨੇ ਦੇ ਹਜ਼ਾਰਾਂ ਟੁਕੜੇ ਕਰ ਦਿੱਤੇ। ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਸੀਨੇ ਨਾਲ ਲਾ ਲਿਆ। ਮੇਰੀ ਛਾਤੀ ਤੇ ਜਿੱਥੇ ਉਸ ਦਾ ਸਿਰ ਰੱਖਿਆ ਸੀ, ਉੱਥੋਂ ਮੇਰੀ ਕਮੀਜ਼ ਭਿੱਜ ਗਈ। ਕਾਲੀ ਦਾ ਨਰਕ ਮੇਰੇ ਤੋਂ ਵੀ ਕਿਤੇ ਜ਼ਿਆਦਾ ਭਿਆਨਕ ਸੀ। ਔਰਤਾਂ ਹਰ ਪਾਸਿਓਂ ਘੂਰਨ ਲੱਗੀਆਂ। ਚੀਲ ਸਾਡੇ ਤੇ ਟੁੱਟ ਪੈਣ ਵਾਲੀ ਸੀ ਕਿ ਅਸੀਂ ਜਲਦੀ ਨਾਲ ਵੱਖ ਹੋ ਕੇ ਆਪਣੇ ਆਪਣੇ ਕੰਮ ਵਿੱਚ ਲੱਗ ਗਈਆਂ। ਰਾਤ ਬੀਤੀ, ਸਵੇਰ ਹੋਈ। ਇੱਕ ਦਿਨ ਬੀਤਿਆ ਅਤੇ ਉਸ ਤੋਂ ਬਾਅਦ ਕਈ ਦਿਨ ਲੰਘ ਗਏ। ਮੈਂ ਅਗਲੇ ਖੂਨ ਖਰਾਬੇ ਨੂੰ ਲੈ ਕੇ ਕੰਬਦੀ ਰਹੀ। ਕੀ ਕਿਸੇ ਨੇ ਉਸ ਨੂੰ ਦੱਸਿਆ ਨਹੀਂ, ਜਾਂ ਦੱਸਿਆ ਹੈ? ਇਸ ਫਿਕਰ ਨਾਲ ਮੇਰੀ ਕੰਬਣੀ ਛੁੱਟਦੀ ਰਹੀ। ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਕਾਲੀ ਦੇ ਬਾਰੇ ਪਤਾ ਹੀ ਨਾ ਹੋਵੇ, ਜਦ ਕਿ ਉਸ ਨੂੰ ਸਭ ਕੁਝ ਪਤਾ ਹੈ? ਉਹ ਕੁਝ ਕਹਿ ਕਿਉਂ ਨਹੀਂ ਰਿਹਾ, ਕਰ ਕਿਉਂ ਨਹੀਂ ਰਿਹਾ? ਇਸ ਤਰ੍ਹਾਂ ਮੁਮਕਿਨ ਨਹੀਂ ਸੀ ਕਿ ਚੀਲ ਨੇ
ਕੁਝ ਨਾ ਕਿਹਾ ਹੋਵੇ। ਇਸ ਖੌਫ ਅਤੇ ਕਾਲੀ ਦੀ ਕਹਾਣੀ ਨਾਲ ਮੇਰੀਆਂ ਅੱਖਾਂ ਸੜ ਰਹੀਆਂ ਸਨ। ਮੇਰੀ ਬਗਲ ਵਿੱਚ ਉਹ ਦੈਂਤ ਘੁੜਾੜੇ ਮਾਰਦਾ ਰਿਹਾ ਤੇ ਮੈਂ ਲਗਾਤਾਰ ਜਾਗਦੀ ਰਹੀ। ਕਾਲੀ ਫਿਰ ਗਾਇਬ ਹੋ ਗਈ। ਉਹਨਾਂ ਨੇ ਕਿਹਾ ਕਿ ਉਹ ਬਿਮਾਰ ਹੈ ਅਤੇ ਉਸ ਦੇ ਬੱਚਾ ਠਹਿਰ ਗਿਆ ਹੈ। ਉਹ ਜਾਣਨਾ ਚਾਹੁੰਦੀ ਸੀ ਕਿਸ ਦਾ ਬੱਚਾ ਹੈ। ਉਹ ਫਰਿਸ਼ਤੇ ਦਾ ਤਾਂ ਹੋ ਨਹੀਂ ਸਕਦਾ। ਫਰਿਸ਼ਤੇ ਐਨੇ ਨੀਚ ਨਹੀਂ। ਨੌਕਰਾਣੀਆਂ ਤਾਨੇ ਮਾਰਦੀਆਂ, ਹੱਸਦੀਆਂ ਅਤੇ ਮਖੌਲ ਕਰਦੀਆਂ। ਮੈਂ ਅੰਦਰ ਹੀ ਅੰਦਰ ਸੜਦੀ। ਮੈਂ ਮਾਂ ਨੂੰ ਯਾਦ ਕਰਕੇ ਫਿਰ ਰੋਣਾ ਸ਼ੁਰੂ ਕਰ ਦਿੱਤਾ। ਉਸ ਨੇ ਅਜੇ ਤੱਕ ਖਤ ਨਹੀਂ ਸੀ ਲਿਖਿਆ। ਜਾਂ ਲਿਖਿਆ ਹੈ। ਕਾਲੀ ਦੀ ਕਹਾਣੀ ਤੋਂ ਮੈਂ ਇੰਨਾ ਡਰ ਗਈ ਸੀ ਕਿ ਮੈਂ ਮਾਂ ਤੋਂ ਰਾਹਤ ਪਾਉਣ ਲਈ ਬੇਤਾਬ ਹੋ ਗਈ। ਉਸ ਨੇ ਮੈਨੂੰ ਖੁਦ ਹੀ ਕਿਹਾ, ਮੈਂ ਤੇਰੀ ਮਾਂ ਦੇ ਕੋਲ ਖਬਰ ਭੇਜ ਦੇਵਾਂਗਾ। ਉਸ ਨੂੰ ਕੀ ਅੰਮਾ ਸਾਈ ਨੇ ਕਿਹਾ ਸੀ, ਜਾਂ ਕਿ ਉਸ ਨੇ ਮੇਰਾ ਚਿਹਰਾ ਪੜ੍ਹ ਲਿਆ ਸੀ? ਮੈਂ ਸੋਚ ਰਹੀ ਸੀ। ਕਈ ਹਫ਼ਤੇ ਬੀਤ ਗਏ। ਮਾਂ ਦੀ ਕੋਈ ਖਬਰ ਨਹੀਂ ਆਈ। ਮੈਂ ਹਿੰਮਤ ਕੀਤੀ, ਸੋਚਿਆ ਕਿ ਸ਼ਾਇਦ ਉਹ ਭੁੱਲ ਗਿਆ ਹੋਵੇਗਾ। ਮੈਂ ਉਸ ਨੂੰ ਯਾਦ ਦਿਵਾਇਆ, ਮੈਂ ਉਸ ਨੂੰ ਖਬਰ ਭੇਜ ਦੇਵਾਂਗਾ। ਉਸ ਨੇ ਦੁਹਰਾਇਆ। 1 ਮਹੀਨਾ ਹੋ ਨਿਕਲ ਗਿਆ। ਕੁਝ ਹੋ ਕਿਉਂ ਨਹੀਂ ਰਿਹਾ ਕਿ ਮੈਂ ਉਸ ਨੂੰ ਫਿਰ ਪੁੱਛਾਂ ਕਿ ਨਾ। ਪਹਿਲੀ ਵਾਰ ਹੀ ਉਹ ਬਹੁਤ ਮੁਸ਼ਕਿਲ ਲੱਗ ਰਿਹਾ ਸੀ। ਇਹ ਹਰ ਵਾਰ ਹੋਰ ਮੁਸ਼ਕਿਲ ਹੁੰਦਾ ਜਾਂਦਾ ਸੀ। ਉਸ ਦਾ ਤੌਰ ਤਰੀਕਾ ਸਤਾਉਣ ਵਾਲਾ ਸੀ। ਮੇਰਾ ਦਮ ਘੁੱਟ ਰਿਹਾ ਸੀ। ਇਸ ਖਿਆਲ ਨਾਲ ਮੇਰਾ ਸਾਹ ਘੁੱਟਣ ਲੱਗਾ ਕਿ ਮੈਂ ਪੁੱਛ ਤੱਕ ਨਹੀਂ ਸਕਦੀ ਸਾਂ। ਇਸ ਨੇ ਮੈਨੂੰ ਦਮੇ ਦਾ ਮਰੀਜ਼ ਬਣਾ ਦਿੱਤਾ। ਮੈਂ ਹਿੰਮਤ ਇਕੱਠੀ ਕੀਤੀ ਅਤੇ ਦੁਬਾਰਾ ਪੁੱਛਿਆ। ਉਸਨੇ ਜਵਾਬ ਦਿੱਤਾ, ਮੈਂ ਖਬਰ ਭੇਜ ਦੇਵਾਂਗਾ। ਤੇ ਇਹ ਸਾਫ਼ ਹੋ ਗਿਆ ਕਿ ਉਹ ਮੇਰੇ ਨਾਲ ਖੇਡ ਰਿਹਾ ਹੈ। ਉਸ ਨੇ ਮੈਨੂੰ ਰਾਹਤ ਦਿੱਤੀ ਤੇ ਫਿਰ ਪਾਗਲ ਬਣਾ ਦਿੱਤਾ। ਕਾਲੀ ਦੇ ਤਸੀਹੇ ਦਾ ਦਰਦ ਅਤੇ ਮਾਂ ਦੀ ਭੁਲਾਉਣ ਵਾਲੀ ਗੈਰ ਮੌਜੂਦਗੀ ਨਾਲ ਮੇਰੇ ਦਿਲ ਦਾ ਜ਼ਖਮ ਨਾਸੂਰ ਬਣ ਗਿਆ। ਹਰ ਰੋਜ਼ ਸਵੇਰੇ ਜਦ ਮੈਂ ਆਪਣੀ ਅਲਮਾਰੀ ਖੋਲ੍ਹਦੀ, ਢੇਰਾਂ ਦੇ ਢੇਰ ਕੱਪੜੇ ਵੇਖ ਕੇ ਮੈਨੂੰ ਨਫ਼ਰਤ ਹੋਣ ਲੱਗਦੀ। ਪਰ ਹੁਕਮ ਸੀ ਕਿ ਇਹੋ ਹੀ ਜ਼ਰੂਰੀ ਪਾਉਣੇ ਹਨ। ਉਹ ਕੱਪੜੇ ਪੂਰੇ ਦਿਨ ਮੈਨੂੰ ਯਾਦ ਕਰਾ ਚੜਾਉਂਦੇ ਰਹਿੰਦੇ ਕਿ ਉਹਨਾਂ ਲਈ ਮੇਰੀ ਮਾਂ ਨੇ ਮੈਨੂੰ ਵੇਚ ਦਿੱਤਾ ਹੈ। ਤੇ ਇਸ ਨਾਲ ਕਾਲੀ ਦੀ ਘਾਟ ਮੈਨੂੰ ਹੋਰ ਸ਼ਿੱਦਤ ਨਾਲ ਮਹਿਸੂਸ ਹੁੰਦੀ, ਕਿਉਂਕਿ ਮੇਰੀ ਖਾਹਿਸ਼ ਸੀ ਕਿ ਉਹ ਉਸ ਦੇ ਕੋਲ ਹੋਵੇ। ਧੰਨਵਾਦ।